ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਬਨੋ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੱਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ ਮਡੈਸਟੋ, ਮਨਦੀਪ ਸਿੰਘ ਸਰਬਜੀਤ ਕੌਰ ਸਨੋਜੇ, ਟਰਕੀਆਣਾ ਇਮੀਗ੍ਰੇਸ਼ਨ ਲਾਪਰ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਬਤੇਜ ਪੰਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਤੇਜ ਪੰਨੇ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ ਹਾਂਜੀ, ਮੇਰੀ ਆਵਾਜ਼ ਨਹੀਂ ਤੁਹਾਨੂੰ ਸੁਣੀ? ਨਹੀਂ, ਮੈਨੂੰ ਤੁਹਾਡੀ ਆ ਰਹੀ ਸੀ, ਤੁਹਾਨੂੰ ਮੇਰੀ ਨਹੀਂ ਸੁਣ ਰਹੀ ਹਾਂਜੀ, ਸੀ। ਮੈਨੂੰ ਨਹੀਂ ਸੀ ਸੁਣਦੀ। ਹਾਂਜੀ, ਤੇ ਸਭ ਤੋਂ ਪਹਿਲਾਂ ਬਲਤੇਜ ਪੰਨੇ, ਸਤਿ ਸ਼੍ਰੀ ਅਕਾਲ। ਤੇ ਗੱਲ ਕਰਾਂਗੇ, 35,000 ਮੁਲਾਜ਼ਮ ਪੱਕੇ ਹੋਣਗੇ, ਕੰਟਰੈਕਟ ਸਿਸਟਮ ਬੰਦ ਕੀਤਾ ਜਾਊਗਾ। ਬਿਲਕੁਲ ਜੀ। ਐਕਚੁਅਲੀ ਜਿਹੜੀ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਇੱਥੇ ਜੋ ਇਸ ਮੁਲਾਜ਼ਮ ਵਰਗ ਨੇ ਕੁੱਟ ਖਾਧੀ ਹੈ, ਉਹ ਮੈਂ ਅੱਖੀਂ ਦੇਖਦਾ ਰਿਹਾ ਜੀ। ਰੋਜ਼ ਲੋਕਾਂ ਨੇ ਫੋਟੋਆਂ ਦੇ ਰੂਪ ਦੇ ਵਿੱਚ, ਵੀਡੀਓ ਦੇ ਰੂਪ ਦੇ ਵਿੱਚ ਉਹ ਕੁੱਟ ਪੈਂਦੀ ਦੇਖੀ ਆ ਮੁਲਾਜ਼ਮਾਂ ਨੂੰ, ਜਿਹੜੇ ਕੱਚੇ ਮੁਲਾਜ਼ਮ ਨੇ। ਜਿਹੜਾ ਕੰਟਰੈਕਟ ਸਿਸਟਮ ਤੇ ਆਊਟਸੋਰਸਿੰਗ ਹੈ, ਇਹ 2002 ਤੋਂ ਲੈ ਕੇ 7 ਵਾਲੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹਦੇ ਵਿੱਚ ਲਿਆਂਦਾ ਗਿਆ ਸੀਗਾ। ਔਰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਇਹ ਆਮ ਜਿਹੜਾ ਵਰਕਰ ਹੈ, ਜਿਹੜਾ ਸਰਕਾਰੀ ਵਰਕਰ ਹੈ, ਜਾਂ ਉਹਨੂੰ ਹਰਟ ਕਿਵੇਂ ਕਰਦਾ। ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਉਹ ਤਾਂ ਸ਼ੋਸ਼ਣ ਕਰਦੀਆਂ ਹੀ ਨੇ। ਇੱਥੇ ਪਟਿਆਲੇ ਨਿਗਮ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ, ਜਿਹੜੇ ਝਾੜੂ ਫੇਰਦੇ ਨੇ, 9500 ਰੁਪਈਆ ਉਹਨਾਂ ਦੀ ਕਾਗਜ਼ਾਂ ਦੇ ਵਿੱਚ ਤਨਖਾਹ ਆਉਂਦੀ ਆ। 9500 ਰੁਪਈਏ ਦੇ ਉੱਤੇ ਉਹ ਸਾਈਨ ਕਰਦੇ ਆ ਤੇ ਉਹਨਾਂ ਨੂੰ 7200 ਰੁਪਈਆ ਤਨਖਾਹ ਦਾ ਮਿਲਦਾ। ਜਿਹੜੇ ਠੇਕੇਦਾਰ ਨੇ ਉਹ ਉਹਦੇ ਵਿੱਚੋਂ ਖਾ ਜਾਂਦੇ ਆ। ਅੱਛਾ, ਠੇਕੇਦਾਰ ਇਹ ਬੇਈਮਾਨੀ ਦਾ ਸੌਦਾ ਇਮਾਨਦਾਰੀ ਨਾਲ ਕਰਦੇ ਆ, ਮਤਲਬ ਕਿ ਉਹ ਇਹ ਇਕੱਲੇ ਪੈਸੇ ਨਹੀਂ ਖਾਂਦੇ, ਉਹ ਇਹਦਾ ਹਿੱਸਾ ਪੱਤੀ ਜਿਹੜਾ ਉਹ ਬਾਕੀ ਜਿਹੜੇ ਨੇ ਸਿਆਸਤਦਾਨ, ਉਹਨਾਂ ਨੂੰ ਦਿੰਦੇ ਆ। ਤੁਸੀਂ ਹੈਰਾਨ ਹੋਵੋਗੇ, ਵੱਡੇ ਘਰ ਤੱਕ ਪੈਸੇ ਜਿਹੜੇ ਆ ਇਹਦੇ ਜਾਂਦੇ ਆ। ਇਹ ਏਦਾਂ ਜਿਹੜਾ ਉਹ ਕੰਟਰੈਕਟ ਦੇ ਰਾਹੀਂ ਖਾਧਾ ਜਾਂਦਾ ਮੁਲਾਜ਼ਮਾਂ ਨੂੰ। ਮੌਜੂਦਾ ਨਵੀਂ ਜਿਹੜੀ ਬਣੀ ਸਰਕਾਰ ਹੈ, ਉਹਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਐਲਾਨ ਕੀਤਾ ਕਿ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਫੈਸਲਾ ਜਿਹੜਾ ਉਹ ਲਿਆ। ਗਰੁੱਪ ਸੀ ਤੇ ਡੀ ਦੇ 35,000 ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਆਫਿਸਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਚੀਫ ਸੈਕਟਰੀ ਅਨਿਰੁੱਧ ਤਿਵਾੜੀ ਨੂੰ ਇਹਦਾ ਖਰੜਾ ਤਿਆਰ ਕਰਨ ਦੇ ਵਾਸਤੇ ਆਖਿਆ ਗਿਆ। ਆਉਂਦੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ 35,000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਾਊਗਾ। ਠੇਕਾ ਆਊਟਸੋਰਸਿੰਗ ਸਿਸਟਮ ਬੰਦ ਕਰਕੇ ਸਰਕਾਰ ਨੇ ਭਵਿੱਖ ਦੇ ਵਿੱਚ ਰੈਗੂਲਰ ਆਧਾਰ ਦੇ ਉੱਤੇ ਨਿਯੁਕਤੀਆਂ ਕਰਨ ਦਾ ਫੈਸਲਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਕਿ 18 ਸਾਲ ਤੋਂ ਠੇਕੇ ਦੇ ਉੱਤੇ ਕੰਮ ਕਰ ਰਹੇ ਮੁਲਾਜ਼ਮ ਮੰਤਰੀਆਂ, ਵਿਧਾਇਕਾਂ ਤੇ ਕੋਠੀਆਂ ਦੇ ਬਾਹਰ ਪ੍ਰਦਰਸ਼ਨ ਕਰਦੇ ਆ। ਸਕੂਲ ਖਾਲੀ ਨੇ, ਟੀਚਰ ਸਕੂਲਾਂ ਦੇ ਸਾਹਮਣੇ ਟੈਂਕੀਆਂ ਤੇ ਚੜੇ ਆ। ਮੁੱਖ ਮੰਤਰੀ ਨੇ ਆਖਿਆ ਕਿ ਸਰਕਾਰ ਬਣਦਿਆਂ 25,000 ਮੁਲਾਜ਼ਮ ਭਰਤੀ ਕਰਨ ਤੇ ਹੁਣ 35,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਗਿਆ। ਇਹ ਵੀ ਕਿਹਾ ਕਿ ਸਰਕਾਰ ਜਿਹੜੇ ਵਾਅਦੇ ਕੀਤੇ ਆ ਉਹਨਾਂ ਨੂੰ ਪੂਰਾ
ਕਰੂਗੀ। ਮੁੱਖ ਮੰਤਰੀ ਦੇ ਦਫ਼ਤਰ ਦੇ ਸੂਤਰਾਂ ਦੇ ਮੁਤਾਬਕ ਵਿਭਾਗਾਂ ਦੇ ਵਿੱਚ ਮੁਲਾਜ਼ਮ ਜਿਹੜੇ ਪੱਕੇ ਹੋਣਗੇ, ਮੁੱਖ ਤੌਰ ਦੇ ਉੱਤੇ ਐਜੂਕੇਸ਼ਨ, ਹੈਲਥ, ਸੋਸ਼ਲ ਸਿਕਿਉਰਿਟੀ, ਵਾਟਰ ਐਂਡ ਸੈਨੀਟੇਸ਼ਨ, ਲੋਕਲ ਬਾਡੀ ਵਿਭਾਗਾਂ ਦੇ ਵਿੱਚ ਕਈ ਸਾਲਾਂ ਤੋਂ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋ ਜਾਣਗੇ। ਸਭ ਤੋਂ ਜ਼ਿਆਦਾ 12,000 ਕਰਮਚਾਰੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪੱਕੇ ਕੀਤੇ ਜਾਣਗੇ। ਫਿਰ 10,000 ਸਿਹਤ ਵਿਭਾਗ ਦੇ ਵਿੱਚ, ਪੰਚਾਇਤੀ ਰਾਜ ਵਿਭਾਗ ਦੇ ਵਿੱਚ 3200 ਤੋਂ 3500 ਤੱਕ ਮੁਲਾਜ਼ਮ ਪੱਕੇ ਕੀਤੇ ਜਾਣਗੇ। ਸੋਸ਼ਲ ਸਿਕਿਉਰਿਟੀਜ਼ ਦੇ ਵਿੱਚ 900, ਵਾਟਰ ਐਂਡ ਸੈਨੀਟੇਸ਼ਨ ਦੇ ਵਿੱਚ 700, ਲੋਕਲ ਬਾਡੀ ਦੇ ਵਿੱਚ 850 ਮੁਲਾਜ਼ਮ ਪੱਕੇ ਕੀਤੇ ਜਾਣਗੇ। ਸਾਰੇ ਵਿਭਾਗਾਂ ਦੇ ਵਿੱਚ 30 ਤੋਂ ਲੈ ਕੇ 500 ਤੱਕ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਊਗਾ। ਸਰਕਾਰ ਦੇ ਖਜ਼ਾਨੇ ਦੇ ਉੱਤੇ ਫਿਲਹਾਲ ਬੋਝ ਨਹੀਂ ਪਊਗਾ, ਕਿਉਂਕਿ 2 ਸਾਲ ਤੱਕ ਬੇਸਿਕ ਪੇ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਤਨਖਾਹ ਦਿੱਤੀ ਜਾਊਗੀ। ਕਰਮਚਾਰੀ 2 ਤੋਂ 15 ਸਾਲ ਦੇ ਠੇਕੇ ਦੇ ਉੱਤੇ ਕੱਚੇ ਮੁਲਾਜ਼ਮ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਸੀ। ਕੱਚੇ ਮੁਲਾਜ਼ਮ ਪੱਕੇ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ 2006 ਦੇ ਵਿੱਚ ਸੁਣਾਏ ਗਏ ਇੱਕ ਫੈਸਲੇ ਦੇ ਮੁਤਾਬਕ ਸਿਰਫ ਉਹੀ ਐਡਹੌਕ ਕੰਟਰੈਕਟ ਤੇ ਡੇਲੀ ਵੇਜ ਟੈਂਪਰੇਰੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਜਿਹੜੇ ਭਰਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, 10 ਸਾਲ ਤੱਕ ਕੰਮ ਕਰ ਚੁੱਕੇ ਹੋਣ। ਰਾਜ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਦੇ ਵੇਲੇ ਸੁਪਰੀਮ ਕੋਰਟ ਦੇ ਇਸ ਹੁਕਮ ਦਾ ਪਾਲਣ ਕਰਦੀ ਰਹੀ ਆ। ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਜਿਹੜੇ ਨੁਕਤਾ ਹੈ ਇਹ ਸਾਹਮਣੇ ਰੱਖਿਆ ਜਾਊਗਾ ਤੇ ਇਹ ਕੋਈ ਵੱਡਾ ਆੜੇ ਨਹੀਂ ਆਊਗਾ। ਟੀਚਰ ਵਰਗ ਹੋ ਗਿਆ ਜਾਂ ਬਾਕੀ ਵਰਗ ਹੋ ਗਏ, ਉਹਨਾਂ ਦਾ ਧਿਆਨ ਜਿੰਦਾਬਾਦ ਮੁਰਦਾਬਾਦ ਵੱਲ ਹੀ ਰਹਿੰਦਾ। ਉਹ ਵਿਚਾਰੇ ਕਰਨ ਕੀ, ਇੰਨੀਆਂ ਪੜ੍ਹਾਈਆਂ ਕਰਕੇ ਲੱਗੇ ਤੇ ਫਿਰ ਇਹ ਕੰਟਰੈਕਟ ਸਿਸਟਮ ਨੇ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਹਨਾਂ ਦਾ ਲਹੂ ਪੀ ਲਿਆ, ਜੇ ਪੰਜਾਬੀ ਚ ਕਹਿਣਾ ਹੋਵੇ ਤਾਂ। ਪਿਛਲੀ ਸਰਕਾਰ ਨੇ ਬੜੇ ਵੱਡੇ ਸਾਈਨ ਬੋਰਡ ਲਾਤੇ ਸੀਗੇ ਕਿ 35,000 ਕੱਚੇ ਮੁਲਾਜ਼ਮ ਪੱਕੇ ਕੀਤੇ। ਉਹ ਹੁਣ ਦੇਖੋ ਤੁਸੀਂ ਕਿੱਡਾ ਵੱਡਾ ਝੂਠ ਨਿਕਲਿਆ। ਉਹ ਝੂਠ ਤਾਂ ਉਦੋਂ ਹੀ ਫੜਿਆ ਗਿਆ ਸੀ। ਕਹਿੰਦੇ ਜੀ ਰਾਜਪਾਲ ਨੇ ਫਾਈਲ ਰੋਕ ਕੇ ਰੱਖੀ ਹੋਈ ਆ। ਰਾਜਪਾਲ ਦਾ ਬਿਆਨ ਆ ਗਿਆ, ਕਹਿੰਦੇ ਮੈਂ ਫਾਈਲ ਦੇ ਉੱਤੇ ਕੁਝ ਇਤਰਾਜ਼ ਲਾ ਕੇ ਨਾਲ ਦੀ ਨਾਲ ਵਾਪਸ ਕਰ ਦਿੱਤੀ ਸੀ। ਫਾਈਲ ਸੀਐਮ ਆਫਿਸ ਦੇ ਵਿੱਚ ਪਈ ਹੈ, ਨਾ ਕਿ ਰਾਜਪਾਲ ਦੇ ਕੋਲੇ। ਫਿਰ ਉਸ ਤੋਂ ਬਾਅਦ ਚਰਨਜੀਤ ਚੰਨੀ ਦਾ ਕੋਈ ਜਵਾਬ ਨਹੀਂ ਆਇਆ। ਜਿਹੜੇ 35,000 ਕੱਚੇ ਮੁਲਾਜ਼ਮਾਂ ਦੇ ਨਾਲ ਠੱਗੀ ਮਾਰੀ ਗਈ ਸੀ, 35,000 ਪਰਿਵਾਰ ਸੀ। ਇੱਕ ਪਰਿਵਾਰ ਦੇ ਵਿੱਚ ਤੁਸੀਂ 3 ਜੀ ਵੀ ਲਾ ਕੇ ਚੱਲੋ, 3 ਵੋਟਾਂ ਵੀ ਲਾ ਕੇ ਚੱਲੋ, ਤੇ ਕਿੱਥੇ ਜਿਹੜੀ ਉਹ ਕਹਾਣੀ ਗਈ ਸੀਗੀ। ਉਮੀਦ ਕੀਤੀ ਜਾ ਸਕਦੀ ਹੈ, ਕਿਉਂਕਿ ਅੱਗੇ ਕੋਈ ਇੱਕਦਮ ਚੋਣਾਂ ਨਹੀਂ ਹੈਗੀਆਂ ਜਿਹਦੇ ਕਰਕੇ ਇਉਂ ਲੱਗੇ ਕਿ ਚੋਣਾਂ ਕਰਕੇ ਵਾਅਦਾ ਕੀਤਾ ਗਿਆ। ਜੇ 35,000 ਮੁਲਾਜ਼ਮ ਜਿਹੜੇ ਆ ਉਹ ਪੱਕੇ ਹੋ ਜਾਂਦੇ ਆ ਤੇ ਇਹਨਾਂ ਦੇ ਸਿਰ ਦੇ ਉੱਤੇ ਹਮੇਸ਼ਾ ਜਿਹੜੀ ਇੱਕ ਤਲਵਾਰ ਲਟਕਦੀ ਰਹਿੰਦੀ ਆ ਕਿ ਪਤਾ ਨਹੀਂ ਕਦੋਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਉਹ ਤਲਵਾਰ ਨਹੀਂ ਲਟਕੂਗੀ ਜਿਹਦੇ ਨਾਲ ਇਹ ਸੌਖਿਆਂ ਹੋ ਕੇ ਕੰਮ ਕਰਨਗੇ। ਜੀ, ਤੇ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ। ਸੋਨੀਆ ਗਾਂਧੀ ਵੱਲੋਂ ਬਗਾਵਤ ਰੋਕਣ ਦੇ ਯਤਨ ਤੇ ਬੜੇ ਹੋ ਰਹੇ। ਦੇਖੋ ਇਸ ਵੇਲੇ ਨਾ ਅਸਲ ਦੇ ਵਿੱਚ ਕਾਂਗਰਸ ਮੰਦੇ ਹਾਲੀ ਜਾ ਰਹੀ ਹੈ ਡੇ ਬਾਈ ਡੇ। ਇੱਥੇ ਹਿਮਾਚਲ ਦੇ ਵਿੱਚ ਹੋਇਆ ਐਕਚੁਅਲੀ ਕੀ ਆ, ਸਾਰੇ ਜਗ੍ਹਾ ਹੀ ਹੋਇਆ ਉਦਾਂ ਤਾਂ, ਕਿ ਜਿਹੜੀ ਬੁੱਢੀ ਲੀਡਰਸ਼ਿਪ ਹੈ ਉਹਨੇ ਨਵੀਂ ਲੀਡਰਸ਼ਿਪ ਅੱਗੇ ਆਉਣ ਨਹੀਂ ਦਿੱਤੀ, ਜਿਹਦੇ ਨਾਲ ਇੱਕ ਲੀਡਰਸ਼ਿਪ ਦੀ ਘਾਟ ਪੈਦਾ ਹੋ ਰਹੀ ਹੈ। ਆਪਾਂ ਇਹ ਗੱਲ ਬੜੀ ਵਾਰੀ ਕੀਤੀ ਆ, ਲੋਕਾਂ ਨੇ ਵੇਖ ਲਿਆ ਹੁਣ ਤਾਂ ਵੀਡੀਓ ਦੇ ਰੂਪ ਦੇ ਵਿੱਚ ਕਿ ਕਿਸ ਤਰ੍ਹਾਂ ਫਰੈਸ਼ ਚਿਹਰੇ ਇਸ ਵਾਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਆਏ ਆ। ਜੇ ਇਹ ਤੀਜੀ ਧਿਰ ਨਾ ਹੁੰਦੀ ਤੇ ਤੁਹਾਨੂੰ ਉਹੀ ਜਿਹੜੇ ਯਵਕਦੇ ਫਿਰਦੇ ਇੰਨੇ ਸਾਲਾਂ ਦੇ ਉਹੀ ਤੁਹਾਨੂੰ ਦਿਸਣੇ ਸੀਗੇ ਚਿਹਰੇ। ਇਹ ਹਾਲਾਤ ਹਿਮਾਚਲ ਦੇ ਵਿੱਚ ਵੀ ਬਣੇ, ਇਹ ਹਾਲਾਤ ਗੁਜਰਾਤ ਦੇ ਵਿੱਚ ਵੀ ਬਣੇ, ਇਹ ਹਾਲਾਤ ਹਰਿਆਣੇ ਦੇ ਵਿੱਚ ਵੀ ਹੈਗੇ ਨੇ। ਕਾਂਗਰਸ ਦੇ ਉੱਤੇ ਕੋਈ ਨਵਾਂ ਲੀਡਰ ਮੂਹਰੇ ਨਹੀਂ ਆਉਣ ਦਿੱਤਾ ਇਹਨਾਂ ਪੁਰਾਣਿਆਂ ਨੇ। ਵੀਰਭੱਦਰ ਸਿੰਘ ਹੁਣ ਦੁਨੀਆ 'ਚ ਹੈ ਨਹੀਂ, ਉਹਨਾਂ ਨੇ ਕਿਸੇ ਨੂੰ ਉੱਠਣ ਦਿੱਤਾ। ਕਾਂਗਰਸ ਮੰਦੇ ਹਾਲਾਂ ਦੇ ਵਿੱਚ ਆ ਔਰ ਬੜੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੇ ਪੈਰ ਪਸਾਰੀ ਜਾ ਰਹੀ ਹੈ ਔਰ ਉਹ ਇੱਕ ਢਾਂਚਾ ਉੱਥੇ ਖੜਾ ਕਰ ਰਹੇ ਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸ ਦਾ ਨੌਜਵਾਨ ਤਬਕਾ ਹੈ ਉਹ ਆਮ ਆਦਮੀ ਪਾਰਟੀ ਵੱਲ ਨੂੰ ਝੁਕ ਗਿਆ। ਕਾਂਗਰਸ ਨੂੰ ਫਿਕਰ ਹੋਇਆ ਹੁਣ ਕਿ ਪੰਜਾਬ ਸਾਡੇ ਹੱਥੋਂ ਗਿਆ। ਹਿਮਾਚਲ ਦੇ ਵਿੱਚ ਆਸ ਹੈ ਕਿਉਂਕਿ ਹਿਮਾਚਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੈਕੰਡ ਟਰਮ ਵਾਲੀ ਸਰਕਾਰ ਚੱਲ ਰਹੀ ਆ ਤੇ ਉੱਥੇ ਐਂਟੀ ਇਨਕੰਬੈਂਸੀ ਹੈ। ਕਾਂਗਰਸ ਤੋਂ ਇਹਦਾ ਐਂਟੀ ਇਨਕੰਬੈਂਸੀ ਦਾ ਲਾਹਾ ਨਹੀਂ ਲਿਆ ਜਾ ਸਕਣਾ, ਉਹ ਦਿਸ ਰਿਹਾ ਜਿਹੜੇ ਹਿਸਾਬ ਨਾਲ।
ਤੇ ਉੱਥੇ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਇੱਕ ਤਾਂ G23 ਵਾਲੇ ਜਿਹੜੇ ਨੇ ਉਹ ਬੜੇ ਸਰਗਰਮ ਹੋਏ ਆ ਤੇ ਉਹ ਮੀਟਿੰਗਾਂ ਲਗਾਤਾਰ ਕਰ ਰਹੇ ਆ। ਦੂਜਾ, ਕਾਂਗਰਸ ਨੂੰ ਫਿਕਰ ਇਹ ਬਣ ਗਿਆ ਕਿ ਹਿਮਾਚਲ ਵੀ ਸਾਡੇ ਹੱਥਾਂ ਦੇ ਵਿੱਚੋਂ ਜਾਂਦਾ ਨਾ ਲੱਗੇ। ਇਹ ਕਿਹਾ ਜਾ ਰਿਹਾ ਹੈ ਕਿ ਇਹ ਤੋਂ ਅਗਲਾ ਨਿਸ਼ਾਨਾ ਆਮ ਆਦਮੀ ਪਾਰਟੀ ਦਾ ਗੁਜਰਾਤ ਤੇ ਹਰਿਆਣਾ ਹੋਣਗੇ, ਕਿਉਂਕਿ ਹਿਮਾਚਲ 'ਚ ਚੋਣਾਂ ਇਸ ਸਾਲ ਦੇ ਅੰਤ ਤੱਕ ਹੋਣੀਆਂ ਨੇ। ਸੋਨੀਆ ਗਾਂਧੀ ਹੋਰਾਂ ਨੇ ਹੁਣ G23 ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕੀਤੀਆਂ ਨੇ। G23 ਇੱਕ ਗਰੁੱਪ 23 ਕਿਹਾ ਜਾਂਦਾ ਹੈ। ਇਹ ਉਹ ਗਰੁੱਪ 23 ਦਾ ਉਹ ਸੀਗਾ ਜਿਨ੍ਹਾਂ ਨੇ ਇੱਕ ਵਾਰੀ ਚਿੱਠੀ ਲਿਖੀ ਸੀ ਸੋਨੀਆ ਗਾਂਧੀ ਨੂੰ, ਤਾਂ ਕਰਕੇ ਉਹਨਾਂ ਨੂੰ G23 ਕਹਿੰਦੇ ਨੇ, ਹੋਰ ਕੋਈ ਉਹਦਾ ਮਤਲਬ ਨਹੀਂ। ਸੁਣਨ ਵਾਲੇ ਇਹ ਨਾ ਸੋਚਣੇ ਪਤਾ ਨਹੀਂ ਕਿਹੋ ਜਿਹਾ ਜਿਹੜਾ ਉਹ ਨਾਮ ਹੈ, ਗਰੁੱਪ 23 ਸੀਗਾ। ਅੱਛਾ, ਹੁਣ ਇਹਨਾਂ ਦੀ ਜਿਹੜੀ ਗਿਣਤੀ ਆ ਉਹ 23 ਤੋਂ ਕਿਤੇ ਜ਼ਿਆਦਾ ਵੱਧ ਚੁੱਕੀ ਹੋਈ ਹੈ। 5 ਰਾਜਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਗਾਂਧੀ ਪਰਿਵਾਰ ਦੇ ਪ੍ਰਤੀ ਰੋਸ ਇਹਨਾਂ ਦੇ ਵਿੱਚ ਬਿਲਕੁਲ ਜਿਹੜਾ ਉਹ ਝਲਕ ਰਿਹਾ, ਜਿਹਦੀ ਵਜ੍ਹਾ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਵੀ ਫਿਕਰ ਪਿਆ। ਗੁਲਾਮ ਨਬੀ ਆਜ਼ਾਦ ਨੂੰ ਸੱਦ ਕੇ ਉਹਦੇ ਨਾਲ ਮੀਟਿੰਗ ਕੀਤੀ ਗਈ ਆ। ਇਸ ਤੋਂ ਇਲਾਵਾ ਸੋਨੀਆ ਗਾਂਧੀ ਹੋਰਾਂ ਨੇ ਆਪਣੀ ਰਿਹਾਇਸ਼ ਤੇ ਆਨੰਦ ਸ਼ਰਮਾ ਤੇ ਮਨੀਸ਼ ਤਿਵਾੜੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਉਹਨਾਂ ਤੋਂ ਸੁਝਾਅ ਮੰਗੇ ਆ ਤਾਂ ਕਿ ਭਾਜਪਾ ਦੇ ਨਾਲ ਮੁਕਾਬਲਾ ਕੀਤਾ ਜਾ ਸਕੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੈਂਬਰ ਮਿਲੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਦੇ ਗਰੁੱਪ ਦੇ ਜਿਹੜੇ ਕੁਝ ਲੋਕ ਨੇ ਉਹਨਾਂ ਨੂੰ ਲਾਂਭੇ ਕੀਤਾ ਜਾਵੇ, ਕਿਉਂਕਿ ਅੰਦਰੂਨੀ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਔਰ ਗਾਂਧੀ ਪਰਿਵਾਰ ਦੇ ਅਗੇਂਸਟ ਜਿਹੜੇ ਇਹ ਸੀਨੀਅਰ ਲੀਡਰ ਨੇ ਉਹ ਬੋਲ ਰਹੇ ਨੇ। ਇਹ ਸੀਨੀਅਰ ਲੀਡਰ ਤੁਸੀਂ ਕਦੀ ਕਿਸੇ ਚੋਣ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਨਹੀਂ ਵੇਖੇ ਹੋਣਗੇ ਪਿਛਲੇ ਕਾਫੀ ਚੋਣਾਂ ਦੇ ਦੌਰਾਨ। ਈਵਨ 19 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਆਪੋ ਆਪਣੀ ਸੀਟ ਤਾਂ ਲੜ ਰਹੇ ਸੀਗੇ, ਪਰ ਇਹਨਾਂ ਨੇ ਦੂਜਿਆਂ ਦੇ ਵਾਸਤੇ ਪ੍ਰਚਾਰ ਨਹੀਂ ਕੀਤਾ। ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਪੰਜਾਬ ਚੋਣਾਂ ਹੋਈਆਂ ਨੇ, ਇਹਨਾਂ ਵੱਡੇ ਲੀਡਰਾਂ ਨੂੰ ਤੁਸੀਂ ਕਿਤੇ ਚੋਣ ਪ੍ਰਚਾਰ ਕਰਦੇ ਨਹੀਂ ਵੇਖਿਆ ਹੋਊਗਾ। ਉਸ ਤੋਂ ਬਾਅਦ ਫੌਰਨ ਬਾਅਦ ਇਹ ਐਕਟਿਵ ਜ਼ਰੂਰ ਹੋ ਜਾਂਦੇ ਆ। ਹੁਣ ਜਿਹੜੀ ਅਸਲ ਸਮੱਸਿਆ ਹੈ ਉਹ ਇਹ ਆ ਕਿ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਨਹੀਂ ਹੋਣ ਦਿੱਤੀ। ਉਹ ਕਿੱਥੋਂ ਲਿਆਂਦੀ ਜਾਵੇ? ਲੈ ਦੇ ਕੇ ਉਹੀ ਨੇ, ਜੇ G23 ਮੀਟਿੰਗਾਂ ਕਰੀ ਜਾਂਦੇ ਨੇ ਤਾਂ ਉਹ ਨੇ, ਜੇ ਸੋਨੀਆ ਗਾਂਧੀ ਕਿਸੇ ਨੂੰ ਜਿਹੜੇ ਸੱਦੀ ਜਾਂਦੀ ਤਾਂ ਵੀ ਉਹੀ ਨੇ। ਅਸਲ ਜਿਹੜੀ ਸਮੱਸਿਆ ਹੈ ਉਸ ਪਾਸੇ ਵੱਲ ਇਹਨਾਂ ਦਾ ਧਿਆਨ ਨਹੀਂ ਗਾ। ਉਂਝ ਵੈਸੇ ਇਹ ਵੀ ਆ ਕਿ ਇਹ ਧਿਆਨ ਹੁਣ ਕਰਕੇ ਕਰਨਗੇ ਵੀ ਕੀ, ਕਿਉਂਕਿ ਜਿਹੜੀ ਨਵੀਂ ਲੀਡਰਸ਼ਿਪ ਹੈ ਉਹ ਇਹ ਤਾਂ ਹੈ ਨਹੀਂ ਗਾ ਕਿ ਤੁਸੀਂ ਰਾਤੋਂ ਰਾਤ ਕਿਤੋਂ ਲਿਆ ਕੇ ਖੜੀ ਕਰ ਲੈਣੀ ਆ। ਉਹਦੇ ਵਾਸਤੇ ਤਾਂ ਇੱਕ ਸਮਾਂ ਚਾਹੀਦਾ ਹੁੰਦਾ, ਉਹ ਸਮਾਂ ਇਹਨਾਂ ਨੇ ਦਿੱਤਾ ਹੀ ਨਹੀਂ। ਕਦੇ ਇਸ ਪਾਸੇ ਵੱਲ ਸੋਚਿਆ ਹੀ ਨਹੀਂ ਕਿ ਕਿਤੇ ਸਾਡੀ 65 ਨਾ ਖਤਮ ਹੋ ਜੇ। ਸੋ ਇਸ ਕਰਕੇ ਇੱਕ ਪੀੜ੍ਹੀ ਦਾ, ਕਈ ਪੀੜ੍ਹੀਆਂ ਦਾ ਮੈਂ ਤਾਂ ਸਮਝੂਗਾ ਕਿ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਗੈਪ ਪੈ ਗਿਆ ਹੋਇਆ। ਨਵੇਂ ਲੋਕ ਜਿਹੜੇ ਆਏ ਵੀ ਉਹ ਕਿਹੜੇ ਆਏ? ਜਿਹੜੇ ਵੱਡੇ ਲੀਡਰ ਸੀ ਉਹਨਾਂ ਦਾ ਪੁੱਤ ਆ ਗਿਆ, ਉਹਨਾਂ ਦੇ ਪੋਤੇ ਆ ਗਏ। ਸਿਰਫ ਕਾਂਗਰਸ ਹੀ ਕਿਉਂ, ਅਕਾਲੀ ਦਲ ਬਾਦਲ ਵੀ ਇਸੇ ਚੀਜ਼ ਤੋਂ ਉਹਨੇ ਮਾਰ ਖਾਧੀ ਆ ਵੀ ਜਿਹੜੇ ਲੀਡਰ ਲਿਆਂਦੇ ਵੀ ਉਹ ਲੀਡਰਾਂ ਦੇ ਨਿਆਣੇ ਗਾ ਲੈਂਦੇ। ਬਿਲਕੁਲ ਜੀ, ਨਵੇਂ ਲੋਕਾਂ ਨੂੰ ਤਾਂ ਵਾਕਿਆ ਹੀ ਇਹ ਜਗ੍ਹਾ ਨਹੀਂ ਦਿੰਦੇ। ਤੇ ਅੱਗੇ ਗੱਲ ਕਰਦੇ ਹੈਗੇ ਆ, ਮਹਿੰਗੀਆਂ ਦਵਾਈਆਂ ਲਿਖਣ ਵਾਲੇ ਡਾਕਟਰਾਂ ਦੀ ਵੀ ਜਾਂਚ ਹੋਊਗੀ। ਦੇਖੋ, ਇਹ ਇੱਕ ਜਗ੍ਹਾ ਤੋਂ ਸ਼ੁਰੂ ਹੋਇਆ ਅਜੇ ਪਟਿਆਲੇ ਤੋਂ, ਪਰ ਸਮੱਸਿਆ ਬੜੀ ਵੱਡੀ ਹੈ ਇਹ। ਇੱਥੇ ਜਦੋਂ ਤੁਸੀਂ ਕਿਸੇ ਜਿਹੜੇ ਜਾਂਦੇ ਹੋ ਕਿਸੇ ਜਗ੍ਹਾ ਤੇ, ਮੰਨ ਲਓ ਰਜਿੰਦਰਾ ਹਸਪੀਟਲ ਦੇ ਵਿੱਚ ਸਰਕਾਰੀ ਚ ਗਏ, ਪ੍ਰਾਈਵੇਟ ਦਾ ਵੀ ਮੈਂ ਤੁਹਾਨੂੰ ਦੱਸਦਾ ਉਹ ਕੀ ਕਰਦੇ ਨੇ। ਸਰਕਾਰੀ ਦੇ ਵਿੱਚ ਤੁਸੀਂ ਗਏ, ਉੱਥੋਂ ਜਿਹੜੀ ਦਵਾਈ ਲਿਖ ਕੇ ਦਿੱਤੀ ਡਾਕਟਰ ਨੇ, ਜਿਹੜੀਆਂ ਬਾਹਰ ਦੁਕਾਨਾਂ ਨੇ ਰਜਿੰਦਰਾ ਹਸਪੀਟਲ ਦੇ ਮੈਡੀਕਲ ਸਟੋਰ ਨੇ, ਉਹ ਦਵਾਈ ਤੁਹਾਨੂੰ ਉੱਥੋਂ ਮਿਲੂਗੀ, ਹੋਰ ਕਿਸੇ ਜਗ੍ਹਾ ਤੋਂ ਦਵਾਈ ਨਹੀਂ ਮਿਲੂਗੀ, ਕਿਉਂਕਿ ਉਹਨਾਂ ਦੁਕਾਨਾਂ ਨੂੰ ਪਤਾ ਕਿ ਡਾਕਟਰਾਂ ਨੇ ਕਿਹੜੀਆਂ ਦਵਾਈਆਂ ਲਿਖਣੀਆਂ ਨੇ। ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਹਮੇਸ਼ਾ ਚੱਲਦੀ ਆ ਕਿ ਜਿਹੜੀਆਂ ਦਵਾਈ ਕੰਪਨੀਆਂ ਨੇ ਉਹ ਡਾਕਟਰਾਂ ਦੇ ਨਾਲ ਮਿਲੀ ਭੁਗਤ ਦੇ ਕਰਕੇ ਉਹਨਾਂ ਨੂੰ ਐਕਚੁਅਲੀ ਹਿੱਸਾ ਪੱਤੀ ਉਹ ਦਿੰਦੀਆਂ ਨੇ। ਜਦੋਂ ਵੀ ਕਿਸੇ ਵੀ ਡਾਕਟਰ ਦੇ ਕੋਲੇ ਤੁਸੀਂ ਜਾਓ ਤੇ ਉੱਥੇ ਤੁਹਾਨੂੰ ਇੱਕ ਬਰੀਫ ਕੇਸ ਲਈ ਬੈਠਾ ਬੰਦਾ ਅਕਸਰ ਦਿਸੂਗਾ ਪੱਕਾ। ਉਹ ਕਾਰਡ ਭੇਜਦਾ ਇੱਕ ਡਾਕਟਰ ਨੂੰ, ਤੇ ਪਹਿਲਾਂ ਤਾਂ ਇਹ ਕਹਿੰਦਾ ਵੀ ਇਹ ਕਟਸੀ ਕਾਲ ਸੀਗੀ। ਹੁਣ ਕਟਸੀ ਕਾਲ ਕੋਈ ਕੋਡ ਵਰਡ ਆ ਇਹਨਾਂ ਦਾ। ਉਹ ਕਹਿੰਦੇ ਹਾਂਜੀ ਹਾਂਜੀ ਦੱਸੋ, ਆਹ ਜਿਹੜੀ ਦਵਾਈ ਆ ਤੇ ਤੁਸੀਂ ਅਗਲੀ ਵਾਰ ਤੋਂ ਆਹ ਲਿਖਣੀ ਆ, ਤੇ ਨਾਲ ਉਹ ਪੈਨ ਕੱਢ ਕੇ ਤੇ ਡਾਕਟਰ ਦੇ ਸਾਹਮਣੇ ਪਏ ਕਾਗਜ਼ ਦੇ ਉੱਤੇ
ਦੋ ਅੱਖਰ ਝਰੀਟ ਦਿੰਦਾ, ਉਹ ਇਹ ਹੁੰਦੇ ਆ ਕਿ ਇੰਨੇ % ਤੁਹਾਨੂੰ ਇਹਦਾ ਪਹੁੰਚਣਾ ਸ਼ੁਰੂ ਹੋ ਜਾਊਗਾ। ਇਹ ਉੱਥੋਂ ਸਾਰੀ ਕਹਾਣੀ ਜਿਹੜੀ ਚੱਲਦੀ ਹੈ। ਗੱਲ ਅਸਲ ਦੇ ਵਿੱਚ ਜਿਹੜੀ ਮੈਡੀਕਲ ਲਾਈਨ ਵਾਲੇ ਉਹ ਸਮਝ ਲੈਣਗੇ ਕਿ ਸਾਲਟ ਜਿਹੜਾ ਹੈ, ਮੰਨ ਲਓ ਇੱਕ ਮੈਡੀਸਨ ਦੇ ਵਿੱਚ ਜਿਹੜਾ ਸੇਮ ਸਾਲਟ ਹੈ, ਜੇ ਕੋਈ ਗੋਲੀ 50 ਰੁਪਏ ਦੀ ਮਿਲ ਰਹੀ ਹੈ, ਸੇਮ ਸਾਲਟ ਵਾਲੀ ਗੋਲੀ ਤੁਹਾਨੂੰ 5 ਰੁਪਏ ਦੀ ਮਿਲ ਸਕਦੀ ਹੈ, ਪਰ ਉਹ ਲੁੱਟ ਜਿਹੜੀ ਆ ਉਹ ਹੋ ਰਹੀ ਆ ਆਮ ਲੋਕਾਂ ਦੀ। ਉਹ ਕਹਿੰਦੇ ਡਾਕਟਰ ਨੇ ਆਹ ਲਿਖੀ ਆ, ਦੂਜੀ ਗੋਲੀ ਨਹੀਂ ਹੋਰ ਕੋਈ ਲੈਣੀ, ਤੇ ਉਹ ਦੁਕਾਨਾਂ ਵਾਲਿਆਂ ਨੂੰ ਵੀ ਉਹਦੇ ਵਿੱਚੋਂ ਜ਼ਿਆਦਾ ਫਾਇਦਾ, ਘੱਟ ਵਾਲੀ ਨੂੰ ਉਹਨੂੰ ਜਿਹੜਾ ਜੀ ਉਹ ਮਿਲਣੀ ਨਹੀਂ। ਜੈਨਰਿਕ ਦਵਾਈਆਂ ਜਿਹੜੀਆਂ ਨੇ ਉਹ ਐਕਚੁਅਲੀ ਇਹਦਾ ਤੋੜ ਨੇ, ਉਹਨਾਂ ਨੂੰ ਮੂਹਰੇ ਨਹੀਂ ਆਉਣ ਦਿੱਤਾ ਜਾਂਦਾ, ਕਿਉਂਕਿ ਮੈਡੀਕਲ ਮਾਫੀਆ ਬਹੁਤ ਵੱਡਾ ਮੈਡੀਕਲ ਇਹ ਮਾਫੀਆ ਹੈ। ਕਿਸੇ ਪ੍ਰਾਈਵੇਟ ਡਾਕਟਰ ਨੂੰ ਦਿਖਾਉਣ ਜਾਓ, ਜਿੱਥੇ ਉਹ ਪ੍ਰੈਕਟਿਸ ਕਰਦਾ, ਘਰੇ ਕਰਦਾ ਮੋਸਟਲੀ ਜਿਹੜੇ, ਤੇ ਉੱਥੇ ਉਹਦੇ ਘਰ ਦੇ ਨਾਲ ਜਾਂ ਤਾਂ ਉਹਦੇ ਘਰ ਦੇ ਪ੍ਰੈਮਿਸਿਸ ਦੇ ਵਿੱਚ ਤੇ ਜਾਂ ਉਹਦੇ ਬਾਹਰ ਇੱਕ ਛੋਟੀ ਜਿਹੀ ਦੁਕਾਨ ਉਹਨੇ ਮੈਡੀਕਲ ਦੀ ਵੀ ਨਾਲ ਖੁਲਵਾਈ ਹੋਈ ਹੈ, ਕਿਸੇ ਨੂੰ ਕਹਿ ਕੇ, ਆਪਣੇ ਨੂੰ ਕਿਸੇ ਨੂੰ ਕਹਿ ਕੇ, ਉਹ ਉਹਦੀ ਹੀ ਹੁੰਦੀ ਆ, ਬੈਠੇ ਉੱਥੇ ਜ਼ਰੂਰ ਕੋਈ ਹੁੰਦੇ ਨੇ ਜਾਂ ਉਹਦੀ ਹਿੱਸਾ ਪੱਤੀ ਆ। ਉਹਦਾ ਰੀਜ਼ਨ ਕੀ ਆ, ਜਦੋਂ ਤੁਸੀਂ ਉਸ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਤੇ ਉਹਨੇ ਜਿਹੜੀ ਦਵਾਈ ਲਿਖਣੀ ਹੈ ਤੁਹਾਨੂੰ ਉਸ ਦੁਕਾਨ ਤੋਂ ਹੀ ਮਿਲਣੀ ਹੈ। ਜੇ ਤੁਸੀਂ ਇਹ ਕਹੋਗੇ ਕਿ ਮੇਰਾ ਕੋਈ ਹੋਰ ਵਾਕਫ ਮੈਂ ਉਹ ਤੋਂ ਲਿਆਉਂਗਾ, ਉਹਦੇ ਕੋਲ ਉਹ ਦਵਾਈ ਨਹੀਂ ਮਿਲਣੀ, ਕਿਉਂਕਿ ਉਹ ਡਾਕਟਰ ਨੇ ਉਹਨਾਂ ਦੇ ਨਾਲ ਹਿੱਸਾ ਪੱਤੀ ਕੀਤਾ ਹੁੰਦਾ। ਜਿਹੜਾ ਟੈਸਟ ਹੈ, ਟੈਸਟਾਂ ਦੇ ਉੱਤੇ ਜਿਹੜਾ ਉਹ ਡਾਕਟਰਾਂ ਨੂੰ ਹਿੱਸਾ ਜਾਂਦਾ, ਕਿੰਨਾ ਜਾਂਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਮੰਨ ਲਓ ਜੇ ਕੋਈ 2500 ਰੁਪਏ ਦਾ ਟੈਸਟ ਹੈ, ਉਹਦੇ ਵਿੱਚੋਂ 1000 ਰੁਪਇਆ ਡਾਕਟਰ ਨੂੰ ਜਾਂਦਾ। ਏਡੀ ਵੱਡੇ ਪੱਧਰ ਦੇ ਉੱਤੇ ਇਹ ਲੁੱਟ ਲੋਕਾਂ ਦੀ ਹੋ ਰਹੀ ਹੈ। ਇਹ ਡਿਪਟੀ ਕਮਿਸ਼ਨਰ ਪਟਿਆਲੇ ਦੇ ਨੇ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਇੱਕ ਤੇ ਗਵਰਨਮੈਂਟ ਮੈਡੀਕਲ ਕਾਲਜ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਦੇ ਨਾਂ ਦੇ ਉੱਤੇ, ਔਰ ਇਹ ਕਿਹਾ ਕਿ ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਜਿਹੜਾ ਉਹ ਬਚਾਇਆ ਜਾਵੇ। ਔਰ ਡਿਪਟੀ ਕਮਿਸ਼ਨਰ ਉਹਨਾਂ ਨੇ ਲਿਖਿਆ ਕਿ 3 ਦਿਨਾਂ ਦੇ ਵਿੱਚ ਜਾਂਚ ਕਰਕੇ ਰਿਪੋਰਟ ਕੀਤੀ ਜਾਵੇ। ਔਰ ਰਜਿੰਦਰਾ ਹਸਪੀਟਲ ਦੇ ਵਿੱਚ ਨਾ ਸਿਰਫ ਪੰਜਾਬ ਬਲਕਿ ਹੋਰਾਂ ਰਾਜਾਂ ਤੋਂ ਵੀ ਮਰੀਜ਼ ਆਉਂਦੇ ਆ, ਬਹੁਤ ਵੱਡਾ ਇਹ ਹਸਪੀਟਲ ਹੈ। ਔਰ ਇਹ ਕੱਲ ਇਹ ਚਿੱਠੀ ਲਿਖੀ ਆ, ਅਗਲੇ 3 ਦਿਨਾਂ ਵਿੱਚ ਰਿਪੋਰਟ ਕਰਨੀ ਹੈ। ਜੇ ਕਿਤੇ ਇਸ ਮਾਮਲੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋ ਜਾਂਦਾ ਜਾਂ ਡਾਕਟਰਾਂ ਨੂੰ ਇਹ ਹਦਾਇਤਾਂ ਜਾਰੀ ਹੋ ਜਾਂਦੀਆਂ ਨੇ, ਸਰਕਾਰੀ ਨੂੰ ਪਹਿਲਾਂ ਕਰ ਦੇਣ ਕਿ ਜਿਹੜੇ ਸੇਮ ਸਾਲਟ ਵਾਲੀਆਂ ਸਸਤੀਆਂ ਦਵਾਈਆਂ ਜਿਹੜੀਆਂ ਨੇ ਉਹ ਲਿਖੀਆਂ ਜਾਣ, ਨਾ ਕਿ ਉਹ ਜਿਹੜੇ ਦਵਾਈਆਂ ਵਾਲੇ ਦਿੰਦੇ ਆ। ਇਹ ਏਡਾ ਵੱਡਾ ਮਾਫੀਆ ਹੈ, ਏਡਾ ਵੱਡਾ ਮਾਫੀਆ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਇਹਦੇ ਵਿੱਚ ਚਾਹੇ ਇੱਥੇ ਬ੍ਰਹਮ ਮਹਿੰਦਰਾ ਰਹੇ ਨੇ ਸਿਹਤ ਮੰਤਰੀ, ਚਾਹੇ ਬਾਅਦ ਦੇ ਵਿੱਚ ਬਣੇ ਬਲਬੀਰ ਸਿੱਧੂ, ਤੁਸੀਂ ਕਿੰਨਾ ਕੁ ਸੋਚ ਸਕਦੇ ਹੋ ਕਿ ਪੈਸਾ ਇਸ ਮਾਮਲੇ ਦੇ ਵਿੱਚ ਇਕੱਠਾ ਕੀਤਾ ਗਿਆ, ਅੰਨਾ ਪੈਸਾ ਇਕੱਠਾ ਕੀਤਾ ਗਿਆ ਇਸ ਮਾਮਲੇ ਦੇ ਉੱਤੇ। ਤੇ ਲੁੱਟ ਕੌਣ ਹੁੰਦਾ ਜੀ, ਆਮ ਜਿਹੜੇ ਵਿਚਾਰੇ ਮਾਤੜ ਨੇ। ਉਹਨੂੰ ਕੀ ਪਤਾ ਕਿ ਸੇਮ ਸਾਲਟ ਵਾਲੀ ਜਿਹੜੀ ਦਵਾਈ ਹੈ ਉਹ ਮੈਨੂੰ ਸਸਤੀ ਮਿਲ ਜਾਣੀ ਆ। ਉਹਦਾ ਇਹ ਵਿਸ਼ਵਾਸ ਹੈ ਕਿ ਨਹੀਂ, ਜਿਹੜੀ ਡਾਕਟਰ ਨੇ ਲਿਖੀ ਹੈ ਨਾ, ਮੈਂ ਤਾਂ ਉਹ ਲੈਣੀ ਹੈ, ਉਹ ਮਹਿੰਗੀ ਆ। ਜੇ ਇਹ ਜਿਹੜਾ ਪਟਿਆਲੇ ਦੇ ਡਿਪਟੀ ਕਮਿਸ਼ਨਰ ਕਰ ਸਕਦੇ ਆ ਤੇ ਬਾਕੀ ਡਿਪਟੀ ਕਮਿਸ਼ਨਰ ਵੀ ਜਿਹੜੇ ਉਹ ਕਰਨ, ਤੇ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਬਚਾਅ ਹੋ ਸਕਦਾ। ਜੀ 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 ਬਿਲਕੁਲ ਜੀ। ਕਈ ਵਾਰੀ ਯਕੀਨ ਹੀ ਡਾਕਟਰ ਤੇ ਹੁੰਦਾ ਆ ਕਿ ਜੋ ਡਾਕਟਰ ਨੇ ਲਿਖਿਆ ਸ਼ਾਇਦ ਉਹੀ ਸਹੀ ਚੀਜ਼ ਹੈਗੀ ਆ। ਸਹੀ ਗੱਲ ਆ ਕਿ ਗੋਲੀ ਤਾਂ ਹੋਰ ਥਾਂ ਤੋਂ ਵੀ ਮਿਲ ਸਕਦੀ ਆ। ਤੇ ਅਗਲੀ ਆਪਾਂ ਗੱਲ ਕਰਦੇ ਹੈਗੇ ਆ, ਹਰਿਆਣਾ ਵਿਧਾਨ ਸਭਾ ਨੇ ਧਰਮ ਤਬਦੀਲੀ ਦਾ ਬਿੱਲ ਆ, ਉਹਦੇ ਵਿੱਚ ਕੀ ਹੈਗਾ ਜਿਹੜਾ ਪਾਸ ਕੀਤਾ ਹੈ? ਦੇਖੋ, ਇਹ ਆਖਰੀ ਦਿਨ ਸੀਗਾ ਹਰਿਆਣਾ ਵਿਧਾਨ ਸਭਾ ਦਾ ਇਸ ਸੈਸ਼ਨ ਦਾ, ਔਰ ਇਹਦੇ ਵਿੱਚ ਜਬਰੀ ਧਰਮ ਤਬਦੀਲੀ ਖਿਲਾਫ ਬਿੱਲ ਪਾਸ ਕੀਤਾ ਗਿਆ। ਇਸ ਬਿੱਲ ਦਾ ਕਾਂਗਰਸ ਤੇ ਵਿਧਾਇਕਾਂ ਨੇ ਵਿਰੋਧ ਕੀਤਾ। ਸਰਕਾਰ ਨੇ ਜਬਰੀ ਧਰਮ ਤਬਦੀਲੀ ਬਿੱਲ 4 ਮਾਰਚ ਨੂੰ ਪੇਸ਼ ਕੀਤਾ ਸੀਗਾ। ਇਹਦੇ ਉੱਤੇ ਚਰਚਾ ਕਰਨ ਦੇ ਵਾਸਤੇ ਬਿੱਲ ਨੂੰ ਰੱਖਿਆ ਗਿਆ ਸੀਗਾ। ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਹੰਗਾਮੇ ਦੇ ਬਾਵਜੂਦ ਇਹਨੂੰ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਦੇ ਵਿੱਚ ਜਬਰੀ ਧਰਮ ਤਬਦੀਲੀ ਕਰਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ, ਫਿਰ ਨਵਾਂ ਬਿੱਲ ਲਿਆਉਣ ਦਾ ਕੋਈ ਮਕਸਦ ਨਹੀਂ। ਜਿਹੜੇ ਇੱਕ ਵਿਧਾਇਕ ਸੀ ਉਹਨੇ ਇਹ ਗੱਲ ਕਹੀ ਕਿ ਸੂਬੇ ਦੇ ਵਿੱਚ ਇਸ ਬਿੱਲ ਦੇ ਨਾਲ ਲੋਕਾਂ 'ਚ ਆਪਸੀ ਭੇਦ ਭਾਵ ਵਧੂਗਾ, ਔਰ ਧਰਮ ਪਰਿਵਰਤਨ ਰੋਕੂ ਬਿੱਲ ਜਿਹੜਾ ਪਾਸ ਹੋਣ ਤੋਂ ਬਾਅਦ ਹੁਣ ਜਬਰੀ ਕਿਸੇ ਦਾ ਲਾਲਚ ਦੇ ਕੇ ਧਰਮ ਤਬਦੀਲੀ ਕਰਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਇਸ ਬਿੱਲ ਦੇ ਤਹਿਤ 10 ਸਾਲ ਤੱਕ ਦੀ ਸਜ਼ਾ
ਤੇ 4 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਤੈਅ ਕੀਤਾ ਗਿਆ। ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਕਿ ਹਰਿਆਣਾ ਦੇ ਵਿੱਚ ਜਬਰੀ ਧਰਮ ਤਬਦੀਲੀ ਦੇ ਖਿਲਾਫ ਬਿੱਲ ਲਿਆਉਣ ਦਾ ਮਕਸਦ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨਾ ਹੈ। ਔਰ ਉਹ ਕਹਿੰਦੇ ਕਿ ਹਰਿਆਣਾ ਦੇ 6 ਜ਼ਿਲ੍ਹਿਆਂ ਦੇ ਵਿੱਚ 4 ਸਾਲਾਂ ਦੇ ਦੌਰਾਨ ਧਰਮ ਪਰਿਵਰਤਨ ਸੰਬੰਧੀ 127 ਕੇਸ ਦਰਜ ਕੀਤੇ ਗਏ ਆ। 6 ਜ਼ਿਲ੍ਹਿਆਂ 'ਚ 4 ਸਾਲਾਂ ਦੇ ਦੌਰਾਨ ਧਰਮ ਪਰਿਵਰਤਨ ਸੰਬੰਧੀ 127 ਕੇਸ ਦਰਜ ਕੀਤੇ ਗਏ ਆ। ਇਹਦੇ ਵਿੱਚੋਂ ਤੁਸੀਂ ਅਸਲ ਕਹਾਣੀ ਪੜ੍ਹ ਸਕਦੇ ਹੋ, ਮੈਂ ਤਾਂ ਉਹਨੂੰ ਰਿਪੀਟ ਕੀਤਾ ਕਿ ਜੇ 127 ਮਾਮਲੇ ਹੋ ਕੇ ਉਹਦੇ ਵਾਸਤੇ ਤੁਸੀਂ ਨਵਾਂ ਕਾਨੂੰਨ ਲੈਣ ਦਾ ਅਸਲ ਜਿਹੜਾ ਇਹਦਾ ਮਕਸਦ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਆ ਉਹ ਵੋਟ ਪੋਲਰਾਈਜ਼ ਦੀ ਰਾਜਨੀਤੀ ਹੈ। ਜਿਵੇਂ ਪੰਜਾਬ ਦੇ ਵਿੱਚ ਉਹ ਨਹੀਂ ਕਰ ਸਕੀ, ਇਹ ਪੱਛਮੀ ਬੰਗਾਲ ਦੇ ਵਿੱਚ ਉਹ ਨਹੀਂ ਸੀ ਇਹ ਕਰ ਸਕੀ, ਬਾਕੀ ਥਾਵਾਂ ਦੇ ਉੱਤੇ ਉਹ ਕਰ ਲੈਂਦੀ ਆ, ਉਹਨੂੰ ਤਰੀਕੇ ਹੈਗੇ ਆ। ਇਹ ਉਹਦੇ ਨਾਲ ਜੁੜਿਆ ਹੋਇਆ ਇੱਕ ਕਿਸਮ ਦੇ ਨਾਲ ਬਿੱਲ ਹੈ। ਹੁਣ ਇਹਦੇ ਵਿੱਚ ਕਿਸੇ ਨੂੰ ਵੀ ਧਰ ਲਿਆ ਜਾਊਗਾ ਕਿ ਉਹਨੇ ਜਬਰੀ ਧਰਮ ਜਿਹੜਾ ਉਹ ਤਬਦੀਲ ਕੀਤਾ। ਇਹ ਸਭ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਇਹਦੇ ਗਾਜ ਕਿਹਦੇ ਉੱਤੇ ਡਿੱਗਣੀ ਹੈ ਤੇ ਇਹਦਾ ਮਕਸਦ ਜਿਹੜਾ ਉਹ ਬਿੱਲ ਲਿਆਉਣ ਦਾ ਕੀ ਆ। ਥਾਂ ਥਾਂ ਦੇ ਉੱਤੇ ਸਮਾਗਮ ਹੁੰਦੇ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਪੰਜਾਬ ਦੇ ਵਿੱਚ ਵੀ ਇਹ ਹੋ ਰਹੇ ਆ। ਜਿਹੜੇ ਵਿੱਤੀ ਤੌਰ ਦੇ ਉੱਤੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਧਰਮ ਉਹਨਾਂ ਦਾ ਤਬਦੀਲ ਕਰ ਦਿੱਤਾ ਜਾਂਦਾ। ਬੜੇ ਵੱਡੇ ਪੱਧਰ ਦੇ ਉੱਤੇ ਹੋਇਆ, ਇੱਥੇ ਪੰਜਾਬ ਦੇ ਵਿੱਚ ਵੀ ਹੋਇਆ। ਗੱਲ ਇਹ ਆ ਕਿ ਲੋਕਾਂ ਨੂੰ ਰੋਕਣ ਦੀ ਜਗ੍ਹਾ ਦੇ ਉੱਤੇ ਜੇਕਰ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਜੀ, ਬਹੁਤ ਵੱਡੀਆਂ ਤਾਂ ਨਹੀਂ ਹੈਗੀਆਂ ਨਾ। ਆਪਾਂ ਇਲਾਜ ਦੀ ਗੱਲ ਕਰਕੇ ਹਟੇ ਆ, ਸਿਹਤ ਹੈ ਤੇ ਐਜੂਕੇਸ਼ਨ ਹੈ ਤੇ ਜਾਂ ਫਿਰ ਰੁਜ਼ਗਾਰ ਹੈ। ਇਸ ਪਾਸੇ ਵੱਲ ਸੋਚਣ ਦੀ ਜਗ੍ਹਾ ਦੇ ਉੱਤੇ ਦੂਜੇ ਪਾਸੇ ਤੋਂ ਵੀ ਇਧਰੋਂ ਧਿਆਨ ਜਿਹੜਾ ਉਹਨਾਂ ਦਾ ਪਾਸੇ ਰੱਖੋ ਤੇ ਧਰਮ ਦੇ ਨਾਂ ਦੇ ਉੱਤੇ ਜਿਹੜੀ ਉਹ ਰਾਜਨੀਤੀ ਕਰੀ ਚੱਲੋ। ਇਹ ਉਹ ਰਾਜਨੀਤੀ ਕਰਨ ਦੇ ਵਾਸਤੇ ਹੀ ਲਿਆਂਦਾ ਗਿਆ। ਨਹੀਂ ਤਾਂ 127 ਘਟਨਾਵਾਂ ਤਾਂ ਕਤਲ ਦੀਆਂ ਵੀ ਹੋਈਆਂ ਨੇ। 127 ਘਟਨਾਵਾਂ ਤਾਂ ਕਈ 127 ਜਿਹੜੀਆਂ ਘਟਨਾਵਾਂ ਨੇ ਉਹ ਲੁੱਟ ਖੋਹ ਦੀਆਂ ਹੋਈਆਂ ਹੋਣਗੀਆਂ। ਹਾਈਵੇ ਦੇ ਉੱਤੇ ਰੋਬਰੀਜ਼ ਹਰਿਆਣੇ ਦੇ ਵਿੱਚ ਬਹੁਤ ਹੁੰਦੀਆਂ ਨੇ, ਉਹਨਾਂ ਦੇ ਸੰਬੰਧੀ ਤਾਂ ਕੋਈ ਕਾਨੂੰਨ ਨਹੀਂ ਆਇਆ। 127 ਮਾਮਲਿਆਂ ਨੂੰ ਵੇਖਦਿਆਂ ਹੋਇਆ ਝੱਟ ਦੇ ਨਹੀਂ ਕਾਨੂੰਨ ਲੈ ਆਂਦਾ ਗਿਆ। ਇਹ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਬੇਸ਼ੱਕ ਅਜੇ ਥੋੜੀਆਂ ਦੂਰ ਨੇ, 24 ਦੇ ਵਿੱਚ ਹੋਣੀਆਂ ਨੇ, ਇਹ ਉਹਨਾਂ ਦੀ ਤਿਆਰੀ ਦੇ ਵਾਸਤੇ ਹੀ ਕੀਤਾ ਗਿਆ ਜੀ। ਤੇ ਅੱਗੇ ਗੱਲ ਕਰਦੇ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ੇ ਘਟਣਗੇ। ਇਹ ਗੱਲ ਜਿਹੜੀ ਆ ਜੀ ਉਹ ਆਖੀ ਗਈ ਆ ਜਿਹੜੇ ਟਰਾਂਸਪੋਰਟ ਮੰਤਰੀ ਨੇ ਨਿਤਿਨ ਗਡਕਰੀ ਨੇ ਲੋਕ ਸਭਾ ਦੇ ਵਿੱਚ। ਇਹ ਕਿਹਾ ਕਿ 60 ਕਿਲੋਮੀਟਰ ਦੇ ਘੇਰੇ 'ਚ ਆਉਣ ਵਾਲੇ ਸਾਰੇ ਟੋਲ ਪਲਾਜ਼ੇ ਅਗਲੇ 3 ਮਹੀਨਿਆਂ ਦੇ ਵਿੱਚ ਬੰਦ ਕਰ ਦਿੱਤੇ ਜਾਣਗੇ। 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਲਈ ਬਜਟ 'ਚ ਸੜਕਾਂ ਤੇ ਕੌਮੀ ਮਾਰਗਾਂ ਦੇ ਵਾਸਤੇ ਜਿਹੜਾ ਲੋਕ ਸਭਾ ਦੇ ਵਿੱਚ ਚਰਚਾ ਦੇ ਦੌਰਾਨ ਜਵਾਬ ਦਿੰਦਿਆਂ ਨਿਤਿਨ ਗਡਕਰੀ ਨੇ ਇਹ ਗੱਲ ਕਹੀ ਕਿ 60 ਕਿਲੋਮੀਟਰ ਦੀ ਦੂਰੀ 'ਚ ਟੋਲ ਇਕੱਤਰ ਕਰਨ ਲਈ ਸਿਰਫ ਇੱਕ ਕੇਂਦਰ ਹੋਊਗਾ। ਨਵੀਆਂ ਬਣਨ ਵਾਲੀਆਂ ਸੜਕਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਤਿਆਰ ਕੀਤਾ ਜਾ ਰਿਹਾ। ਦਿੱਲੀ ਅੰਮ੍ਰਿਤਸਰ ਸੈਕਸ਼ਨ ਇਸ ਵਰੇ ਦੇ ਅਖੀਰ ਤੱਕ ਤਿਆਰ ਹੋ ਜਾਊਗਾ ਤੇ ਜਿਹੜਾ ਇਹ ਸਫ਼ਰ 4 ਘੰਟਿਆਂ ਦੇ ਵਿੱਚ ਪੂਰਾ ਹੋ ਸਕੂਗਾ। ਮਤਲਬ ਕਿ ਅੰਮ੍ਰਿਤਸਰ ਤੋਂ ਦਿੱਲੀ 4 ਘੰਟਿਆਂ ਦੇ ਵਿੱਚ ਤੁਸੀਂ ਜਾ ਸਕੋਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਬਹੁਤ ਵੱਡੀ ਰਾਹਤ ਹੋਊਗੀ ਅੰਮ੍ਰਿਤਸਰ ਵਾਲਿਆਂ ਦੇ ਵਾਸਤੇ, ਜਲੰਧਰ ਦੇ ਵਾਸਤੇ, ਨਕੋਦਰ ਵਾਲਿਆਂ ਦੇ ਵਾਸਤੇ, ਲੁਧਿਆਣੇ ਵਾਲਿਆਂ ਦੇ ਵਾਸਤੇ ਵੀ। ਤੁਹਾਨੂੰ ਨੈਸ਼ਨਲ ਹਾਈਵੇ ਜਿਹੜਾ ਇੱਕ ਆ ਉਹਦੇ ਉੱਤੇ ਨਹੀਂ ਆਉਣਾ ਪਊਗਾ। ਦੂਜਾ ਇਹ ਹਾਈਵੇ ਨੇ ਬਹੁਤ ਸਾਰੀਆਂ ਜ਼ਮੀਨਾਂ ਖਾਧੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਕਿਸਾਨਾਂ ਦੀਆਂ। ਪਰ ਜਿਹੜੇ ਕੁਝ ਅਹਿਮ ਵੱਡੇ ਤੀਰਥ ਸਥਾਨ ਨੇ ਨਾ, ਉਹਨਾਂ ਤੱਕ ਕੋਈ ਸੜਕ ਨਹੀਂ ਹੈਗੀ ਸੀਗੀ ਪਹਿਲਾਂ। ਜਿਹੜਾ ਜਿੱਥੋਂ ਦੀ ਇਹਨੇ ਲੰਘਣਾ ਹਾਈਵੇ ਨੇ, ਇੱਥੋਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪਾਤੜਾਂ ਭਵਾਨੀਗੜ੍ਹ ਦੇ ਕੋਲੋਂ ਦੀ ਲੰਘਣਾ, ਭਵਾਨੀਗੜ੍ਹ ਤੋਂ ਅੱਗੇ ਇਹਨੇ ਜਗਰਾਉਂ ਦੇ ਕੋਲੋਂ ਦੀ ਹੁੰਦਿਆਂ ਹੋਇਆ ਨਕੋਦਰ ਦੇ ਵਿੱਚ ਜਾ ਕੇ ਲੋਹੀਆਂ, ਸੁਲਤਾਨਪੁਰ ਲੋਧੀ ਨੂੰ ਕੋਈ ਹਾਈਵੇ ਨਹੀਂ ਲੱਗਦਾ, ਜਦੋਂ ਕਿ ਇਹ ਇਤਿਹਾਸਕ ਤੌਰ ਦੇ ਉੱਤੇ ਬਹੁਤ ਵੱਡੀ ਮਹੱਤਤਾ ਹੈ ਉਹਦੀ। ਤੁਹਾਨੂੰ ਉਹੀ ਜਾਂ ਤਾਂ ਤੁਸੀਂ ਵਾਇਆ ਮਖੂ ਲੋਹੀਆਂ ਸੁਲਤਾਨਪੁਰ ਲੋਧੀ ਨੂੰ ਪਹੁੰਚੋਗੇ, ਜਾਂ ਫਿਰ ਤੁਸੀਂ
ਜਿਹੜਾ ਕਪੂਰਥਲਾ ਦੇ ਵਿੱਚੋਂ ਦੀ ਹੋ ਕੇ ਸੁਲਤਾਨਪੁਰ ਲੋਧੀ ਨੂੰ ਜਾਓਗੇ, ਜਾਂ ਵਾਇਆ ਜਿਹੜਾ ਹੋ ਕੇ ਸੁਭਾਨਪੁਰ, ਉੱਥੋਂ ਫਿਰ ਸੁਲਤਾਨਪੁਰ ਲੋਧੀ ਨੂੰ ਜਾਓਗੇ, ਸਿੱਧੀ ਕੋਈ ਸੜਕ ਨਹੀਂ ਹੈ। ਸੁਲਤਾਨਪੁਰ ਲੋਧੀ ਤੋਂ ਬਾਅਦ ਗੋਇੰਦਵਾਲ ਸਾਹਿਬ ਤੇ ਫਿਰ ਖਡੂਰ ਸਾਹਿਬ, ਉੱਥੋਂ ਦੀ ਇਹ ਹਾਈਵੇ ਲੰਘੂਗਾ। ਇਹਨਾਂ ਦੀ ਬਹੁਤ ਮਹੱਤਤਾ ਹੈ, ਜਿਹੜੇ ਸੁਲਤਾਨਪੁਰ ਲੋਧੀ ਦੀ ਵੀ, ਗੋਇੰਦਵਾਲ ਸਾਹਿਬ ਦੀ। ਸੁਲਤਾਨਪੁਰ ਲੋਧੀ ਪਹਿਲੇ ਪਾਤਸ਼ਾਹ ਦੇ ਨਾਲ ਸੰਬੰਧਿਤ ਹੈ, ਗੋਇੰਦਵਾਲ ਸਾਹਿਬ ਤੀਸਰੇ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਹੈ, ਜਿੱਥੋਂ ਲੰਗਰ ਦੀ ਪ੍ਰਥਾ ਸ਼ੁਰੂ ਹੋਈ। ਖਡੂਰ ਸਾਹਿਬ ਦੂਸਰੇ ਗੁਰੂ ਅੰਗਦ ਦੇਵ ਜੀ ਦੇ ਨਾਲ ਸੰਬੰਧਿਤ ਹੈ। ਇਹਨਾਂ ਟਾਊਨ ਜਿਹੜੇ ਨੇ ਉਹ ਵੀ ਹਾਈਲਾਈਟ ਹੋਣਗੇ। ਹਾਲਾਂਕਿ ਹਾਈਲਾਈਟ ਤੋਂ ਮਤਲਬ ਇਹ ਨਹੀਂ ਹੈ ਕਿ ਪਹਿਲਾਂ ਉਹ ਹਾਈਲਾਈਟ ਨਹੀਂ ਹੈਗੇ, ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੇ ਇਹਨਾਂ ਦੇ ਬਾਰੇ ਸੁਣਿਆ, ਪਰ ਉਹ ਕਦੀ ਗਏ ਨਹੀਂ, ਕਿਉਂਕਿ ਇਹ ਇਤਿਹਾਸਕ ਥਾਵਾਂ ਨੇ, ਇਹਨਾਂ ਦਾ ਜ਼ਿਕਰ ਬਹੁਤ ਘੱਟ ਜਿਹੜਾ ਉਹ ਹੁੰਦਾ। ਤੇ ਹੁਣ ਇਹ ਕਿਹਾ ਗਿਆ ਕਿ 5 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ ਇਹ ਪੂਰਾ ਹੋ ਜਾਊਗਾ। ਸ਼੍ਰੀਨਗਰ ਜੰਮੂ ਸੜਕ ਕਟੜਾ ਅੰਮ੍ਰਿਤਸਰ ਦਿੱਲੀ ਸੜਕ ਦੇ ਨਾਲ ਜੁੜੂਗੀ। ਇਹਦੇ ਨਾਲ ਸ਼੍ਰੀਨਗਰ ਤੋਂ ਮੁੰਬਈ ਦਾ ਸਫ਼ਰ 20 ਘੰਟਿਆਂ ਦੇ ਵਿੱਚ ਮੁਕੰਮਲ ਹੋ ਜਾਊਗਾ। ਜੰਮੂ ਸ਼੍ਰੀਨਗਰ ਹਾਈਵੇ ਇਸ ਵਰੇ ਦੇ ਅਖੀਰ ਤੱਕ ਅਪਗ੍ਰੇਡ ਹੋ ਜਾਊਗਾ। ਦਿੱਲੀ ਜੈਪੁਰ, ਦਿੱਲੀ ਮੁੰਬਈ ਤੇ ਦਿੱਲੀ ਦੇਹਰਾਦੂਨ ਐਕਸਪ੍ਰੈਸਵੇ ਇਸ ਸਾਲ ਦੇ ਅਖੀਰ ਦੇ ਵਿੱਚ ਚੱਲਣਗੇ। ਜੈਪੁਰ ਤੇ ਦੇਹਰਾਦੂਨ 2 ਘੰਟਿਆਂ ਦੇ ਵਿੱਚ ਪਹੁੰਚਿਆ ਜਾ ਸਕੂਗਾ। ਦਿੱਲੀ ਮੁੰਬਈ ਦਾ ਸਫ਼ਰ ਕਾਰ ਦੇ ਰਾਹੀਂ 12 ਘੰਟਿਆਂ ਦੇ ਵਿੱਚ ਤੈਅ ਕੀਤਾ ਜਾ ਸਕੂਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਸਾਲ 24 ਤੱਕ ਸ੍ਰੀਨਗਰ ਲੇਹ ਜਿਹੜਾ ਕੌਮੀ ਮਾਰਗ ਹੈ ਉਹਦੇ ਤੇ ਸਥਿਤ ਜ਼ੋਜ਼ੀਲਾ ਪਾਸ ਹੇਠ ਸੁਰੰਗ ਖੋਲਣ ਦਾ ਟੀਚਾ ਮਿੱਥਿਆ ਗਿਆ। ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਵਾਸਤੇ ਕਿਹਾ ਗਿਆ ਕਿ ਮਾਨਸਰੋਵਰ ਤੱਕ ਸੜਕ ਸਾਲ 23 ਤੱਕ ਵਾਇਆ ਉੱਤਰਾਖੰਡ ਤਿਆਰ ਹੋਊਗੀ। ਸੜਕ ਸੁਰੱਖਿਆ ਸੰਬੰਧੀ ਇਹ ਕਿਹਾ ਗਿਆ ਕਿ ਹੁਣ ਇਹ ਲਾਜ਼ਮੀ ਹੈ ਕਿ ਸਾਰੀਆਂ ਕਾਰਾਂ ਦੇ ਵਿੱਚ 6 에ਅਰ ਬੈਗ ਹੋਣ। ਸੜਕਾਂ ਸੰਬੰਧੀ ਇੰਜੀਨੀਅਰਿੰਗ ਲਈ ਵਿਸ਼ਵ ਪੱਧਰ ਤੋਂ ਯੋਜਨਾਕਾਰ ਜਿਹੜੇ ਉਹ ਲਾਏ ਜਾ ਰਹੇ ਆ। ਮੁਲਕ ਦੇ ਵਿੱਚ ਹਰ ਸਾਲ 1.5 ਲੱਖ ਲੋਕ ਸੜਕ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਆ, ਜਿਹਦੇ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੁੰਦੇ ਆ। ਸਰਕਾਰ ਇਸ ਸਥਿਤੀ 'ਚ ਬਦਲਾਅ ਲਿਆਉਣ ਲਈ ਵਿਸ਼ਵ ਬੈਂਕ ਦੇ ਨਾਲ ਗੱਲਬਾਤ ਕਰ ਰਹੀ ਹੈ। ਵਿਸ਼ਵ ਬੈਂਕ ਨੇ ਤਾਮਿਲਨਾਡੂ ਸਰਕਾਰ ਦੇ ਨਾਲ ਕੰਮ ਕੀਤਾ, ਉਹਨਾਂ ਨੂੰ ਹਾਦਸੇ ਘਟਾਉਣ ਦੇ ਵਿੱਚ ਮਦਦ ਮਿਲੀ ਆ। ਉਹਨਾਂ ਨੇ ਕਿਹਾ ਕਿ ਅਸੀਂ ਤਾਮਿਲਨਾਡੂ ਮਾਡਲ ਲਾਗੂ ਕਰਨ ਲਈ ਆਸਵੰਦ ਆ। ਦੇਖੋ, ਜਿਹੜੇ ਹਾਈਵੇਜ਼ ਨੇ, ਜੇ ਤੁਸੀਂ ਲੇਟਲੀ ਦੇਖੇ ਨੇ ਮੁਲਕ ਦੇ ਵਿੱਚ, ਮੈਂ ਸੜਕੀ ਰਸਤੇ ਰਾਹੀਂ ਕਾਫੀ ਲੰਬਾ ਸਫ਼ਰ ਕਰਕੇ ਜਿਹੜਾ ਉਹ ਦੇਖਿਆ, ਇਹਦੇ 'ਚ ਕੋਈ ਡਾਊਟ ਨਹੀਂ, ਟੋਲ ਤਾਂ ਲੱਗਦਾ ਜੀ, ਟੋਲ ਤਾਂ ਸਾਰੇ ਜਗ੍ਹਾ ਦਿੱਤੇ ਆ, ਬਿਨਾਂ ਟੋਲ ਤੋਂ ਕੋਈ ਸੜਕ ਨਹੀਂ। ਪਰ ਹਾਈਵੇਜ਼ ਦੇ ਵਿੱਚ ਜਿਹੜਾ ਸੁਧਾਰ ਹੈ ਉਹ ਬਹੁਤ ਵੱਡਾ, ਔਰ ਇਹਦੇ ਵਾਸਤੇ ਇਹ ਨਿਤਿਨ ਗਡਕਰੀ ਦੀ ਵਜ੍ਹਾ ਕਰਕੇ ਕਿਹਾ ਜਾ ਸਕਦਾ। ਜਿਹੜੀ ਚੀਜ਼ ਤੁਹਾਨੂੰ ਗਰਾਊਂਡ ਦੇ ਉੱਤੇ ਦਿਸਦੀ ਹੈ ਉਹਦੇ ਤੋਂ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਇਨਕਾਰ ਨਹੀਂ ਕਰ ਸਕਦੇ। ਸੋ ਇਹ ਹਾਈਵੇਜ਼ ਦਾ ਇੱਕ ਜਾਲ ਬਹੁਤ ਵੱਡਾ ਇਸ ਵੇਲੇ ਵਿਛ ਗਿਆ ਹੋਇਆ। ਜਿਹੜਾ ਹਾਈਵੇ ਇੱਕ ਤਾਂ ਮੈਂ ਦੱਸਿਆ ਦਿੱਲੀ ਕਟੜਾ ਜਿਹੜਾ ਸ਼ੁਰੂ ਹੋ ਜਾਣਾ, ਦੂਸਰਾ ਜਾਮਨਗਰ ਅੰਮ੍ਰਿਤਸਰ ਜਿਹੜਾ ਉਹ ਗੁਜਰਾਤ ਦੇ ਨਾਲ ਜੁੜਨਾ ਜੀ। ਉਹ ਹਾਈਵੇ ਉਹ ਵੀ ਬੜੀ ਤੇਜ਼ੀ ਦੇ ਨਾਲ ਬਣਦਾ ਜਾ ਰਿਹਾ। ਮੈਂ ਫਿਰ ਕਹੂੰਗਾ ਇਹ ਹਾਈਵੇਜ਼ ਬੇਸ਼ੱਕ ਆਪਾਂ ਨੂੰ ਇਹ ਲੱਗਦੇ ਹੁਣ ਕਿ ਦਿੱਲੀ ਸਫ਼ਰ ਕਰਨ ਦੇ ਵਾਸਤੇ ਨੇ, ਨਹੀਂ, ਐਕਚੁਅਲੀ ਇਹ ਇੱਕ ਵਪਾਰ ਦਾ ਜਰੀਆ ਬਣਨੇ ਨੇ। ਇਹ ਵਪਾਰ ਥਰੂ ਪਾਕਿਸਤਾਨ ਅਫਗਾਨਿਸਤਾਨ ਤੋਂ ਹੁੰਦਾ ਹੋਇਆ ਸੈਂਟਰਲ ਏਰੀਆ ਤੱਕ ਜਿਹੜਾ ਉਹ ਜਾਣਾ। ਇਹ ਕਦੋਂ ਸ਼ੁਰੂ ਹੁੰਦਾ ਆ ਅਜੇ ਨਹੀਂ ਕਿਹਾ ਜਾ ਸਕਦਾ, ਸ਼ੁਰੂ ਹੋਣਾ ਜ਼ਰੂਰ ਹੈ ਜੀ। ਮੇਰਾ ਬਹੁਤ ਸਟਰੋਂਗਲੀ ਇਹ ਮੰਨਣਾ, ਇਹ ਤੋਂ ਬਿਨਾਂ ਸਰਨਾ ਹੀ ਨਹੀਂ। ਜਿਹੜਾ ਚਾਈਨਾ ਇੰਨਾ ਕੁਝ ਕਰ ਰਿਹਾ ਨਾ ਹਾਈਵੇ ਸੜਕ ਇੱਧਰ ਉੱਧਰ ਦੀ ਬਣਾਉਣ ਦੇ, ਉਹਦਾ ਵੀ ਪਰਪਸ ਇਹੀ ਆ। ਇਹ ਬਿਨਾਂ ਮਤਲਬ ਤੋਂ ਜਿਹੜਾ ਜੀ ਉਹ ਰੱਖ ਕੇ ਬੈਠੇ ਹੋਏ ਨੇ ਗੁਆਂਢੀ ਮੁਲਕਾਂ ਦੇ ਨਾਲ। ਅੱਜ ਜਿਹੜੇ ਜੀ ਇਹ ਇਧਰੋਂ ਦੀ ਵਪਾਰ ਸ਼ੁਰੂ ਹੋ ਜੇ ਥਰੂ ਵਾਘੇ ਦੇ, ਤੇ ਤੁਸੀਂ ਦੇਖਣਾ ਪੰਜਾਬ, ਚਾਹੇ ਉਹ ਲਹਿੰਦਾ ਚਾਹੇ ਚੜ੍ਹਦਾ ਪੰਜਾਬ ਹੈ, ਇਹਨਾਂ ਦੋਨਾਂ ਦੀ ਸੁਣੀ ਜਾਣੀ ਆ ਨੇੜਿਓਂ ਹੋ ਕੇ। ਰਾਹ ਇਹੀ ਹੈ ਜੀ, ਰਾਹ ਇਹੀ ਆ, ਸਭ ਤੋਂ ਸੌਖਾ ਰਾਹ, ਸਭ ਤੋਂ ਜਿਹੜਾ ਜੀ ਉਹ ਵਧੀਆ ਰਾਹ। ਬਿਲਕੁਲ ਜੀ, ਹਜੇ ਤਾਂ ਘੁੱਟ ਕੇ ਬੈਠਿਆ ਨਾ, ਇੱਥੋਂ ਕਰਨ ਨਹੀਂ ਦੇਣਾ ਕੁਛ। ਅੱਗੇ ਪੱਛਮੀ ਬੰਗਾਲ ਚੱਲਦੇ ਆ, ਉੱਥੇ ਫੇਰ ਹਿੰਸਾ ਦੀ ਲਪੇਟ ਵਿੱਚ ਆਇਆ ਪੱਛਮੀ ਬੰਗਾਲ। ਗੱਲ ਫਿਰ ਉਹ ਸਿਆਸਤ ਦੀ ਜਿਹੜੀ ਉਹ ਆ ਜਾਂਦੀ ਹੈ ਕਿ ਕਈ ਵਾਰੀ ਹਾਰ ਬਰਦਾਸ਼ਤ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਜੀ ਉਹ ਕੁਛ ਨਾ ਕੁਛ ਸਿਆਸੀ ਧਿਰਾਂ ਕਰਦੀਆਂ ਰਹਿੰਦੀਆਂ ਨੇ।
ਪੱਛਮੀ ਬੰਗਾਲ ਦੇ ਵਿੱਚ ਰਾਜਨੀਤਿਕ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਬੀਰਭੂਮ ਦੇ ਰਾਮਪੁਰਹਾਟ ਇਲਾਕੇ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਨੇਤਾ ਦੇ ਹੱਤਿਆ ਤੋਂ ਬਾਅਦ ਭੜਕੀ ਭੀੜ ਨੇ 12 ਘਰਾਂ ਦੇ ਵਿੱਚ ਅੱਗ ਲਾਤੀ। ਇਹਦੇ ਵਿੱਚ 8 ਲੋਕ ਜਿਉਂਦੇ ਸੜ ਗਏ। ਇਹ ਪਰਸੋਂ ਰਾਤ ਦੀ ਘਟਨਾ। ਇਹਦੇ ਇੱਕ ਘਰ ਦੇ ਵਿੱਚ 7 ਡੈੱਡ ਬੋਡੀਜ਼ ਮਿਲੀਆਂ ਨੇ। ਕੇਂਦਰ ਨੇ ਇਹ ਰਾਜ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਆ। ਰਾਜਪਾਲ ਨੇ ਹਿੰਸਾ ਨੂੰ ਜਿਹੜਾ ਦੀ ਖਤਰਨਾਕ ਦੱਸਿਆ। ਭਾਜਪਾ ਇਹ ਕਹਿੰਦੀ ਆ ਕਿ ਰਾਜ ਦੇ ਵਿੱਚ ਕਾਨੂੰਨ ਵਿਵਸਥਾ ਹੈ ਨਹੀਂ ਗੀ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਭਾਜਪਾ ਦੇ ਸੁਬਿੰਦੂ ਅਧਿਕਾਰੀ ਨੇ ਕਿਹਾ ਕਿ TMC ਦੇ ਗੁੰਡਿਆਂ ਨੇ ਵਾਰਦਾਤ ਕੀਤੀ ਆ। ਰਾਮਪੁਰਹਾਟ ਦੇ ਬਾਰਸ਼ਲ ਪਿੰਡ ਦੇ ਵਿੱਚ TMC ਦੇ ਉਪ ਪ੍ਰਧਾਨ ਭਾਦੂ ਸ਼ੇਖ ਦੇ ਉੱਤੇ ਇੱਕ ਬੰਬ ਦੇ ਨਾਲ ਹਮਲਾ ਕੀਤਾ ਗਿਆ। ਜ਼ਖਮੀ ਹਾਲਤ ਦੇ ਵਿੱਚ ਉਹਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਦੀ ਮੌਤ ਹੋ ਗਈ। ਇਸ ਤੋਂ ਬਾਅਦ ਭੜਕੇ ਉਹਦੇ ਸਮਰਥਕਾਂ ਨੇ ਸੋਮਵਾਰ ਦੇਰ ਤੱਕ ਦਰਜਨ ਘਰਾਂ ਨੂੰ ਅੱਗ ਲਾਤੀ। ਜਿਹੜੇ ਦੰਗਾਕਾਰੀ ਸੀ ਉਹਨਾਂ ਨੇ ਅੱਗ ਲਾਉਣ ਤੋਂ ਪਹਿਲਾਂ ਘਰਾਂ ਨੂੰ ਬਾਹਰ ਤੋਂ ਬੰਦ ਕਰ ਦਿੱਤਾ, ਜਿਹਦੇ ਕਰਕੇ ਇਹ ਮੌਤਾਂ ਹੋਈਆਂ। ਪਹਿਲਾਂ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ 10 ਮੌਤਾਂ ਹੋਈਆਂ ਨੇ, ਪਰ 8 ਡੈੱਡ ਬੋਡੀਜ਼ ਅਜੇ ਤੱਕ ਮਿਲੀਆਂ ਨੇ। ਰਾਜ ਸਰਕਾਰ ਨੇ 3 ਮੈਂਬਰਾਂ ਦੀ SIT ਜਿਹੜੀ ਉਹ ਬਣਾਈ ਹੈ। ਇਹ ਕਿਹਾ ਗਿਆ ਕਿ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਾਮਪੁਰਹਾਟ ਥਾਣਾ ਜਿਹੜਾ ਦੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬਹੁਤ ਹਿੰਸਾ ਜਿਹੜੀ ਉਹ ਖਤਰਨਾਕ ਸੀ, ਪਰ ਇਹ ਕਿਹਾ ਕਿ ਇਸ ਵੇਲੇ ਕਾਬੂ ਦੇ ਹੇਠ ਹੈ। 13 ਮਾਰਚ ਨੂੰ ਜਿਹੜੇ 2 ਨਵੇਂ ਚੁਣੇ ਗਏ ਜਿਹੜੇ ਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨੂੰ ਗੋਲੀ ਮਾਰੀ ਗਈ ਸੀ। ਇਹਦੇ ਵਿੱਚੋਂ ਇੱਕ ਤ੍ਰਿਣਮੂਲ ਤੇ ਦੂਜਾ ਕਾਂਗਰਸ ਤੋਂ ਸੀਗਾ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਹਿੰਸਾ ਹੋਈ ਸੀਗੀ। ਇਹਦੇ ਵਿੱਚ 16 ਲੋਕ ਮਾਰੇ ਗਏ ਸੀ। ਇਹਦੀ ਜਾਂਚ ਜਿਹੜੀ ਆ ਉਹ CBI ਇਸ ਵੇਲੇ ਕਰ ਰਹੀ ਹੈ। ਪੱਛਮੀ ਬੰਗਾਲ ਦੇ ਵਿੱਚ ਅਸਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਿਚਾਲੇ ਸ਼ਬਦੀ ਜੰਗ ਕਿਸ ਪੱਧਰ ਤੱਕ ਚਲੇਗੀ ਸੀਗੀ ਚੋਣਾਂ ਦੇ ਵੇਲੇ, ਆਪਾਂ ਨੂੰ ਸਭ ਨੂੰ ਯਾਦ ਹੈ। ਇਹ ਕਿਤੇ ਨਾ ਕਿਤੇ ਉੱਥੋਂ ਹੀ ਨਿਕਲਿਆ ਹੋਇਆ ਸਾਰਾ ਕੁਝ ਹੈ। ਉੱਥੋਂ ਹੀ ਨਿਕਲੀ ਹੋਈ ਇਹ ਹਿੰਸਾ ਹੈ ਜਿਹੜੀ ਕਿ ਲਗਾਤਾਰ ਹੋ ਰਹੀ ਹੈ। ਜੀ, ਪਤਾ ਨਹੀਂ ਕਦ ਰੁਕਦੀ ਆ। ਅਖੀਰ ਦੇ ਵਿੱਚ ਗੱਲ ਕਰਦੇ ਆ, ਵੋਟਾਂ ਖਤਮ ਤੇ ਮਹਿੰਗਾਈ ਸ਼ੁਰੂ ਹੋ ਗਈ। ਜਿਹੜੀ ਗੱਲ ਆਪਾਂ ਕਰਦੇ ਸੀਗੇ ਜੀ, ਮਤਲਬ ਕਿ ਵੀ ਵੋਟਾਂ ਪੈਣ ਦੀ ਦੇਰ ਹੈ, ਲੋਕਾਂ ਨੂੰ ਪਤਾ ਤਾਂ ਫੇਰ ਲੱਗਣਾ। ਔਰ ਪੈਟਰੋਲ, ਡੀਜ਼ਲ, ਕੁਕਿੰਗ ਗੈਸ ਸਭ ਕੁਝ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਵਧਣਾ ਸ਼ੁਰੂ ਹੋ ਗਿਆ। 5 ਰਾਜਾਂ ਦੀਆਂ ਚੋਣਾਂ ਦੇ ਕਰਕੇ 137 ਦਿਨ ਟਿਕੀਆਂ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋਣਾ ਸ਼ੁਰੂ ਹੋ ਗਿਆ। 80 ਪੈਸੇ ਜਿਹੜੀ ਪਰ ਲੀਟਰ ਵਧਾ ਦਿੱਤਾ ਗਿਆ, ਕਿਉਂਕਿ ਕਰੂਡ ਆਇਲ ਇਹ ਕਿਹਾ ਗਿਆ ਕਿ $115 ਬੈਰਲ ਤੋਂ ਪਾਰ ਹੋ ਗਿਆ। 4 ਨਵੰਬਰ ਨੂੰ ਕਰੂਡ ਆਇਲ 81.6 ਬੈਰਲ ਸੀਗਾ। ਕੰਪਨੀਆਂ ਕਹਿੰਦੀਆਂ ਘਾਟੇ ਦੇ ਵਿੱਚ। ਹੈਰਾਨਗੀ ਵਾਲੀ ਗੱਲ ਇਹ ਆ ਕਿ ਜਦੋਂ ਕਰੂਡ ਆਇਲ ਦਾ ਰੇਟ ਇੰਨਾ ਘੱਟ ਸੀ, ਉਦੋਂ ਇਹਨਾਂ ਨੇ ਸਿਖਰ ਦੇ ਉੱਤੇ ਕੀਮਤਾਂ ਲਗਾਏ ਹੋਏ ਸੀ। ਉਹ ਜਿਹੜਾ ਪ੍ਰੋਫਿਟ ਸੀਗਾ ਉਹਨੂੰ ਨਹੀਂ ਗਿਣ ਰਹੇ। ਔਰ ਇਹ ਕਿਹਾ ਜਾ ਰਿਹਾ ਕਿ ਕੰਪਨੀਆਂ ਘਾਟੇ ਤੋਂ ਬਚਣ ਦੇ ਵਾਸਤੇ 17 ਰੁਪਏ ਲੀਟਰ ਤੱਕ ਰੇਟ ਵਧਾ ਸਕਦੀਆਂ ਨੇ, ਕਿਉਂਕਿ ਕਰੂਡ ਆਇਲ $1 ਮਹਿੰਗਾ ਹੁੰਦਾ ਤਾਂ ਪੈਟਰੋਲ ਡੀਜ਼ਲ ਦੇ 50 ਪੈਸੇ ਲੀਟਰ ਵੱਧਦੇ ਆ। ਪੈਟਰੋਲ ਦੇ ਉੱਤੇ ਐਕਸਾਈਜ਼ ਡਿਊਟੀ ਜਿਹੜੀ ਆ ਉਹ ਪ੍ਰੀ ਕੋਵਿਡ ਤੋਂ 8 ਰੁਪਏ ਤੋਂ ਲੈ ਕੇ ਡੀਜ਼ਲ ਦੇ ਉੱਤੇ 6 ਰੁਪਏ ਜਿਹੜੀ ਉਹ ਜ਼ਿਆਦਾ ਹੈ। ਵਿਰੋਧੀ ਧਿਰਾਂ ਨੇ ਹੰਗਾਮਾ ਕੀਤਾ ਰਾਜ ਸਭਾ ਦੇ ਵਿੱਚ ਔਰ ਇਹਨਾਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਉਹੀ ਜਿਹੜਾ ਬਿਆਨ ਹੁੰਦਾ ਜੀ ਕਿ ਇਹ ਤਾਂ ਪ੍ਰਾਈਵੇਟ ਕੰਪਨੀਆਂ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਸਾਡੇ ਹੱਥ ਥੋੜੀ ਹੈ। ਜੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਹੁੰਦਾ ਤਾਂ ਕਰੂਡ ਆਇਲ 81.6 ਬੈਰਲ ਤੋਂ 115 ਬੈਰਲ ਦੇ ਉੱਤੇ ਚਲੇ ਗਿਆ ਤੇ 137 ਦਿਨ ਇਹ ਕੰਪਨੀਆਂ ਕਿਵੇਂ ਟਿਕੀਆਂ ਰਹੀਆਂ? ਕੰਪਨੀਆਂ ਨੂੰ ਟਿਕਾ ਕੇ ਕਿਉਂ ਰੱਖਿਆ ਗਿਆ? ਸਰਕਾਰ ਦੇ ਹੱਥਾਂ ਦੇ ਵਿੱਚ ਸਭ ਕੁਝ ਹੈ। ਜਿਹੜੀ ਵੱਡੀ ਤੇਲ ਗੈਸ ਕੰਪਨੀ ਹੈ ਇੰਡੀਅਨ ਆਇਲ, ਉਹਨੇ 166 ਦਿਨ ਤੋਂ ਬਾਅਦ ਜਿਹੜਾ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਗੈਸ ਸਿਲੰਡਰ ਹੈ 50 ਰੁਪਏ ਤੱਕ ਉਹ ਮਹਿੰਗਾ ਕਰ ਦਿੱਤਾ।
ਮੱਧ ਪ੍ਰਦੇਸ਼, ਯੂਪੀ, ਬਿਹਾਰ, ਝਾਰਖੰਡ ਤੇ ਛੱਤੀਸਗੜ੍ਹ ਦੇ 11 ਸ਼ਹਿਰਾਂ ਦੇ ਵਿੱਚ ਸਿਲੰਡਰ 1000 ਰੁਪਏ ਤੋਂ ਪਾਰ ਹੋ ਗਿਆ। ਦਿੱਲੀ ਦੇ ਵਿੱਚ ਰੇਟ ਜਿਹੜਾ ਉਹ 949 ਰੁਪਏ ਤੇ 50 ਪੈਸੇ ਹੈ। 1 ਮਾਰਚ 21 ਤੋਂ 819 ਰੁਪਏ ਸੀਗਾ। ਸਾਲ ਭਰ ਦੇ ਵਿੱਚ 140 ਰੁਪਏ ਮਹਿੰਗਾ ਹੋ ਗਿਆ। ਰੂਸ ਯੂਕਰੇਨ ਯੁੱਧ ਦੇ ਕਰਕੇ ਕਰੂਡ ਆਇਲ ਜਿਹੜਾ ਉਹ 40% ਮਹਿੰਗਾ ਹੋ ਚੁੱਕਿਆ ਹੋਇਆ ਔਰ ਇਹ 185 ਡਾਲਰ ਤੱਕ ਜਾ ਸਕਦਾ ਹੈ। ਔਰ ਇਹ ਕਿਹਾ ਜਾ ਸਕਦਾ ਹੈ ਕਿ ਤਿਆਰ ਰਹਿਣਾ ਪਊਗਾ ਲੋਕਾਂ ਨੂੰ। ਜੇ ਕਰੂਡ ਆਇਲ ਇਸੇ ਤਰੀਕੇ ਦੇ ਨਾਲ ਵਧੀ ਜਾਂਦਾ ਤੇ ਇਹ 17 ਰੁਪਏ ਪਰ ਲੀਟਰ ਕਹਿੰਦੇ ਆ, 17 ਤੋਂ ਵੀ ਤਾਂ ਜਿਹੜਾ ਜੀ ਉਹ ਚਲੇ ਜਾਣਾ। ਇਹਦੇ ਨਾਲ ਬਾਕੀ ਜਿਹੜਾ ਸਮਾਨ ਹੈ ਉਹਦੀਆਂ ਕੀਮਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਨੇ। CNG ਮਹਿੰਗੀ ਹੋ ਗਈ ਹੈ ਔਰ ਇਸ ਤੋਂ ਇਲਾਵਾ ਜਿਹੜੀ ਗਰੋਸਰੀ ਦਾ ਸਮਾਨ ਹੈ ਉਹਦੇ ਵਿੱਚ ਵੀ ਇੱਕਦਮ ਜਿਹੜਾ ਉਹ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਜਿਹੜਾ ਆਮ ਵਿਅਕਤੀ ਹੈ, ਜਿਹੜਾ ਦਿਹਾੜੀ ਕਰਦਾ ਵਿਚਾਰਾ, ਉਹਨੂੰ ਜਿਹੜਾ ਇਹ ਗਰੋਸਰੀ ਦੀਆਂ ਵਧੀਆਂ ਹੋਈਆਂ ਕੀਮਤਾਂ, ਉਹਨੇ ਤਾਂ ਦੁੱਧ ਪੱਤੀ ਲੈਣਾ ਹੁੰਦਾ ਨਾ, ਦੁੱਧ ਦੀਆਂ ਕੀਮਤਾਂ ਦੇ ਵਿੱਚ 60% ਦਾ ਵਾਧਾ ਹੋ ਗਿਆ। ਪੱਤੀ ਦੀਆਂ ਕੀਮਤਾਂ ਵੱਧ ਗਈਆਂ, ਖੰਡ ਦੀਆਂ ਕੀਮਤਾਂ ਵੱਧ ਗਈਆਂ। ਉਹ ਜਿੰਦਾਬਾਦ ਮੁਰਦਾਬਾਦ ਤਾਂ ਕਰੀ ਜਾਂਦਾ ਸਿਆਸੀ ਪਾਰਟੀਆਂ ਦੇ ਵਾਸਤੇ। ਉਹ ਇਹ ਨਹੀਂ ਸਮਝਦਾ ਕਿ ਜਿਹੜੀ ਕੁਝ ਸਮੇਂ ਦੇ ਵਾਸਤੇ ਰੋਕੀ ਹੋਈ ਮਹਿੰਗਾਈ ਆ ਉਹਦੇ ਫਲੱਡ ਗੇਟ ਇਹਨਾਂ ਨੇ ਵੋਟਾਂ ਦੇ ਨਤੀਜੇ ਆਉਣ ਤੋਂ ਫੌਰਨ ਬਾਅਦ ਜਿਹੜੇ ਉਹ ਖੋਲ ਦੇਣੇ ਆ। ਕਿੱਥੇ ਜਾ ਕੇ ਇਹ ਟਿਕੂਗਾ? ਮੈਨੂੰ ਪਤਾ ਕਿ ਇਹ ਸਿਰਫ ਇਸ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਨਹੀਂ ਇਹ ਕੀਮਤਾਂ ਵਧੀਆਂ, ਵਿਸ਼ਵ ਭਰ ਦੇ ਵਿੱਚ ਜਿਹੜੀਆਂ ਪੈਟਰੋਲੀਅਮ ਕੀਮਤਾਂ ਨੇ ਉਹ ਵਧੀਆਂ ਨੇ। ਸਾਰੇ ਜਗ੍ਹਾ ਦੇ ਉੱਤੇ ਹਾਹਾਕਾਰ ਜਿਹੜੀ ਉਹ ਮਚੀ ਹੋਈ ਆ ਇਹਨਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ। ਸੋ ਇੱਥੇ ਥੋੜਾ ਜਿਹਾ ਟਿਕਟਕਾ ਇਸ ਕਰਕੇ ਸੀਗਾ ਕਿ ਚੋਣਾਂ ਹੋ ਰਹੀਆਂ ਸੀਗੀਆਂ, ਉਹ ਹੁਣ ਖਤਮ ਹੋ ਗਈਆਂ। ਬਸ ਹੁਣ ਰੋਜ਼ ਮਰਰਾ ਦੀ ਜਿਹੜੀ ਜ਼ਿੰਦਗੀ ਹੈ ਜੀ ਉਹ ਔਖੀ ਹੁੰਦੀ ਤੁਰੀ ਜਾਊਗੀ। ਬਿਲਕੁਲ ਜੀ, ਬਿਲਕੁਲ। ਮਹਿੰਗਾਈ ਤਾਂ ਅਸਮਾਨ ਨੂੰ ਚੜੀ ਹੋਈ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੇ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋਤੇ ਸਨ ਬਲਤੇਜ ਪੰਨੇ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ। ਦੂਜਾ ਇਹ ਹਾਈਵੇ ਨੇ ਬਹੁਤ ਸਾਰੀਆਂ ਜ਼ਮੀਨਾਂ ਖਾਧੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਕਿਸਾਨਾਂ ਦੀਆਂ। ਪਰ ਜਿਹੜੇ ਕੁਝ ਅਹਿਮ ਵੱਡੇ ਤੀਰਥ ਸਥਾਨ ਨੇ ਨਾ, ਉਹਨਾਂ ਤੱਕ ਕੋਈ ਸੜਕ ਨਹੀਂ ਹੈਗੀ ਸੀਗੀ ਪਹਿਲਾਂ। ਜਿਹੜਾ ਜਿੱਥੋਂ ਦੀ ਇਹਨੇ ਲੰਘਣਾ ਹਾਈਵੇ ਨੇ, ਇਥੋਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪਾਤੜਾਂ ਭਵਾਨੀਗੜ੍ਹ ਦੇ ਕੋਲੋਂ ਦੀ ਲੰਘਣਾ। ਹੈ ਗੱਲ ਅਸਲ ਦੇ ਵਿੱਚ ਜਿਹੜੀ ਮੈਡੀਕਲ ਲਾਈਨ ਵਾਲੇ ਉਹ ਸਮਝ ਲੈਣਗੇ ਕਿ ਸਾਲਟ ਜਿਹੜਾ ਹੈ, ਮੰਨ ਲਓ ਇੱਕ ਮੈਡੀਸਨ ਦੇ ਵਿੱਚ ਜਿਹੜਾ ਸੇਮ ਸਾਲਟ ਹੈ, ਜੇ ਕੋਈ ਗੋਲੀ 50 ਰੁਪਏ ਦੀ ਮਿਲ ਰਹੀ ਹੈ, ਸੇਮ ਸਾਲਟ ਵਾਲੀ ਗੋਲੀ ਤੁਹਾਨੂੰ 5 ਰੁਪਏ ਦੀ ਮਿਲ ਸਕਦੀ ਹੈ। ਪਰ ਉਹ ਲੁੱਟ ਜਿਹੜੀ ਆ ਉਹ ਹੋ ਰਹੀ ਆ ਆਮ ਲੋਕਾਂ ਦੀ। ਉਹ ਕਹਿੰਦੇ ਡਾਕਟਰ ਨੇ ਆਹ ਲਿਖੀ ਹੈ, ਦੂਜੀ ਗੋਲੀ ਨਹੀਂ ਹੋਰ ਕੋਈ ਲੈਣੀ। ਤੇ ਉਹ ਦੁਕਾਨਾਂ ਉਹ ਐਕਚੁਅਲੀ ਇਹਦਾ ਤੋੜ ਨੇ, ਉਹਨਾਂ ਨੂੰ ਮੂਹਰੇ ਨਹੀਂ ਆਉਣ ਦਿੱਤਾ ਜਾਂਦਾ ਕਿਉਂਕਿ ਮੈਡੀਕਲ ਮਾਫੀਆ ਬਹੁਤ ਵੱਡਾ ਮੈਡੀਕਲ ਇਹ ਮਾਫੀਆ ਹੈ। ਕਿਸੇ ਪ੍ਰਾਈਵੇਟ ਡਾਕਟਰ ਨੂੰ ਦਿਖਾਉਣ ਜਾਓ,
ਜਿੱਥੇ ਉਹ ਪ੍ਰੈਕਟਿਸ ਕਰਦਾ, ਘਰੇ ਕਰਦਾ ਮੋਸਟਲੀ ਜਿਹੜੇ, ਤੇ ਉੱਥੇ ਉਹਦੇ ਘਰ ਦੇ ਨਾਲ ਜਾਂ ਤਾਂ ਉਹਦੇ ਘਰ ਦੇ ਪ੍ਰੈਮਿਸਿਸ ਦੇ ਵਿੱਚ ਤੇ ਜਾਂ ਉਹਦੇ ਬਾਹਰ ਇੱਕ ਛੋਟੀ ਜਿਹੀ ਦੁਕਾਨ ਉਹਨੇ ਮੈਡੀਕਲ ਦੀ ਵੀ ਨਾਲ ਖੁਲਵਾਈ ਹੋਈ ਹੈ, ਕਿਸੇ ਨੂੰ ਕਹਿ ਕੇ, ਆਪਣੇ ਨੂੰ ਕਿਸੇ ਨੂੰ ਕਹਿ ਕੇ। ਉਹ ਉਹਦੀ ਹੀ ਹੁੰਦੀ ਆ, ਬੈਠੇ ਉੱਥੇ ਜ਼ਰੂਰ ਕੋਈ ਹੁੰਦੇ ਨੇ ਜਾਂ ਉਹਦੀ ਹਿੱਸਾ ਪੱਤੀ ਆ। ਉਹਦਾ ਰੀਜ਼ਨ ਕੀ ਆ? ਜਦੋਂ ਤੁਸੀਂ ਉਸ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਤੇ ਉਹਨੇ ਜਿਹੜੀ ਦਵਾਈ ਲਿਖਣੀ ਹੈ ਤੁਹਾਨੂੰ ਉਸ ਦੁਕਾਨ ਤੋਂ ਹੀ ਮਿਲਣੀ ਹੈ। ਜੇ ਤੁਸੀਂ ਇਹ ਕਹੋਗੇ ਕਿ ਮੇਰਾ ਕੋਈ ਹੋਰ ਵਾਕਫ ਮੈਂ ਉਹ ਤੋਂ ਲਿਆਉਂਗਾ, ਉਹਦੇ ਕੋਲ ਉਹ ਦਵਾਈ ਨਹੀਂ ਮਿਲਣੀ, ਕਿਉਂਕਿ ਉਹ ਡਾਕਟਰ ਨੇ ਉਹਨਾਂ ਦੇ ਨਾਲ ਹਿੱਸਾ ਪੱਤੀ ਕੀਤਾ ਹੁੰਦਾ। ਜਿਹੜਾ ਟੈਸਟ ਹੈ, ਟੈਸਟਾਂ ਦੇ ਉੱਤੇ ਜਿਹੜਾ ਉਹ ਡਾਕਟਰਾਂ ਨੂੰ ਹਿੱਸਾ ਜਾਂਦਾ। ਕਿੰਨਾ ਜਾਂਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਮੰਨ ਲਓ ਜੇ ਕੋਈ 2500 ਰੁਪਏ ਦਾ ਟੈਸਟ ਹੈ, ਉਹਦੇ ਵਿੱਚੋਂ 1000 ਰੁਪਇਆ ਡਾਕਟਰ ਨੂੰ ਜਾਂਦਾ। ਏਡੀ ਵੱਡੇ ਪੱਧਰ ਦੇ ਉੱਤੇ ਇਹ ਲੁੱਟ ਲੋਕਾਂ ਦੀ ਹੋ ਰਹੀ ਹੈ। ਇਹ ਡਿਪਟੀ ਕਮਿਸ਼ਨਰ ਪਟਿਆਲੇ ਦੇ ਨੇ ਜਿਨ੍ਹਾਂ ਨੇ ਚਿੱਠੀ ਲਿਖੀ ਆ ਇੱਕ ਤੇ ਗਵਰਨਮੈਂਟ ਮੈਡੀਕਲ ਕਾਲਜ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਦੇ ਨਾਂ ਦੇ ਉੱਤੇ, ਔਰ ਇਹ ਕਿਹਾ ਕਿ ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਜਿਹੜਾ ਉਹ ਬਚਾਇਆ ਜਾਵੇ। ਔਰ ਡਿਪਟੀ ਕਮਿਸ਼ਨਰ ਉਹਨਾਂ ਨੇ ਲਿਖਿਆ ਕਿ 3 ਦਿਨਾਂ ਦੇ ਵਿੱਚ ਜਾਂਚ ਕਰਕੇ ਰਿਪੋਰਟ ਕੀਤੀ ਜਾਵੇ। ਔਰ ਰਜਿੰਦਰਾ ਹਸਪੀਟਲ ਦੇ ਵਿੱਚ ਨਾ ਸਿਰਫ ਪੰਜਾਬ ਬਲਕਿ ਹੋਰਾਂ ਰਾਜਾਂ ਤੋਂ ਵੀ ਮਰੀਜ਼ ਆਉਂਦੇ ਆ। ਬਹੁਤ ਵੱਡਾ ਇਹ ਹਸਪੀਟਲ ਹੈ। ਔਰ ਇਹ ਕੱਲ ਇਹ ਚਿੱਠੀ ਲਿਖੀ ਆ, ਅਗਲੇ 3 ਦਿਨਾਂ ਦੇ ਵਿੱਚ ਰਿਪੋਰਟ ਕਰਨੀ ਹੈ। ਜੇ ਕਿਤੇ ਇਸ ਮਾਮਲੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋ ਜਾਂਦਾ ਜਾਂ ਡਾਕਟਰਾਂ ਨੂੰ ਇਹ ਹਦਾਇਤਾਂ ਜਾਰੀ ਹੋ ਜਾਂਦੀਆਂ ਨੇ, ਸਰਕਾਰੀ ਨੂੰ ਪਹਿਲਾਂ ਕਰ ਦੇਣ ਕਿ ਜਿਹੜੇ ਸੇਮ ਸਾਲਟ ਵਾਲੀਆਂ ਸਸਤੀਆਂ ਦਵਾਈਆਂ ਜਿਹੜੀਆਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਹੁਤ ਬਹੁਤ ਧੰਨਵਾਦ। ਬਤੇਜ ਪੰਨੇ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਹਾਂਜੀ, ਮੇਰੀ ਆਵਾਜ਼ ਨਹੀਂ ਤੁਹਾਨੂੰ ਸੁਣੀ? ਨਹੀਂ, ਮੈਨੂੰ ਤੁਹਾਡੀ ਆ ਰਹੀ ਸੀ, ਤੁਹਾਨੂੰ ਮੇਰੀ ਨਹੀਂ ਸੁਣਦੀ। ਹਾਂਜੀ, ਮੈਨੂੰ ਨਹੀਂ ਸੀ ਸੁਣਦੀ। ਹਾਂਜੀ, ਤੇ ਸਭ ਤੋਂ ਪਹਿਲਾਂ ਬਲਤੇਜ ਪੰਨੇ ਸਤਿ ਸ਼੍ਰੀ ਅਕਾਲ। ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਬਲਤੇਜ ਪੰਨੇ ਸਤਿ ਸ਼੍ਰੀ ਅਕਾਲ। ਤੇ ਗੱਲ ਕਰਾਂਗੇ 35,000 ਮੁਲਾਜ਼ਮ ਪੱਕੇ ਹੋਣਗੇ, ਕੰਟਰੈਕਟ ਸਿਸਟਮ ਬੰਦ। ਪਹਿਲਾਂ ਬਲਤੇਜ ਪੰਨੇ ਸਤਿ ਸ਼੍ਰੀ ਅਕਾਲ। ਤੇ ਗੱਲ ਕਰਾਂਗੇ 35,000 ਮੁਲਾਜ਼ਮ ਪੱਕੇ ਹੋਣਗੇ, ਕੰਟਰੈਕਟ ਸਿਸਟਮ ਬੰਦ ਕੀਤਾ ਜਾਊਗਾ। ਬਿਲਕੁਲ ਜੀ। ਐਕਚੁਅਲੀ ਜਿਹੜੀ